हाँ जी, सत श्री अकाल जी। शुरू करते हैं जी अज के प्रश्न बिना देरी किए। वैसे मैं 2 दिन तो वीडियो नहीं सी बना रहा है, वह कारण आप अगे दसते हैं। पहले एक बार टॉपिक शुरू कर लीए, ठीक है जी। प्रश्न नंबर 1 जी, रब झूठ ना करे जे होए रांझा, मैं चौड़ हुई मैनू पट्टिया सू। ये वारे शाह दी सतरां हैगियां ने। जदों सਹਿਤੀ जाके घरे दसदी हैगी है, ठीक है, कि पिंड दे विच एक जोगी आया होया वा। तो मतलब जो जोगी बने रांझे नूं देखदी हैगी है, तो मतलब कहंदी वो मतलब सोचदी है, वो कहंदी भी जिहड़ा रांझा ना होवे है ना, भी मतलब मैं पट्टी जाऊँगी है ना, भी मैं चौड़ पहलां ही मेरा बुरा हाल आ, ते रहिंदी खूंहदी मतलब जिहड़ी मेरी हैगी आ वो दुरदशा होर हो जावेगी। ਅੱਗੇ जी छंद, ਜਿਹੜਾ छंद हैगा ਵਾ ਤੁਕਾਂਤ, ਇਸ ਦਾ ਅਰਥ ਕੀ ਹੁੰਦਾ ਵਾ? ਲੁਕਾਉਣਾ, ਢਕਣਾ ਜਾਂ ਛੁਪਾਉਣਾ। ਛੰਦ ਦੀ ਵਰਤੋਂ ਰਾਹੀਂ मतलब ਕਵੀ ਕੀ ਆ ਵੱਡੀਆਂ ਵੱਡੀਆਂ ਗੱਲਾਂ, ਵੱਡੇ ਵੱਡੇ ਵਿਚਾਰ ਜਿਹੜੇ ਆ ਬੜੇ ਤਰੀਕੇ ਨਾਲ ਕਹਿ ਜਾਂਦੇ ਨੇ। ਸੰਦ ਸ਼ਾਸਤਰ ਲਿਖਿਆ ਕਿਹਦਾ ਹੋਇਆ ਜੀ? ਪਿੰਗਲ ਰਿਸ਼ੀ ਦਾ, ਠੀਕ ਹੈ ਜੀ। ਸਭ ਤੋਂ ਪੁਰਾਣਾ ਛੰਦ ਸ਼ਾਸਤਰ ਪਿੰਗਲ ਰਿਸ਼ੀ ਦਾ ਜਿਹੜਾ ਵਾ ਲਿਖਿਆ ਹੋਇਆ ਵਾ, ਠੀਕ ਹੈ ਜੀ, ਜਿਨ੍ਹਾਂ ਦਾ ਪੰਜਾਬੀ 'ਚ ਅਨੁਵਾਦ ਜੋਗਿੰਦਰ ਸਿੰਘ ਰਾਹੀ ਜੀ ਨੇ ਕੀਤਾ। ਅੱਗੇ ਜੀ ਪ੍ਰਗੀਤ, ਪ੍ਰਗੀਤ ਵਿੱਚ ਸੰਗੀਤ ਜਿਹੜਾ ਹੋਣਾ ਵਾ ਜ਼ਰੂਰੀ ਹੈਗਾ ਵਾ। ਆਲੋਚਕ ਜਿਹੜੇ ਹੈਗੇ ਨੇ मतलब ਕੀ ਆ, ਉਹ ਸ਼ੁੱਧ ਕਾਵ ਜਾਂ ਕਾਵ ਦੀ ਆਤਮਾ ਨੂੰ ਪ੍ਰਗੀਤ ਹੀ ਮੰਨਦੇ ਹੈਗੇ ਨੇ, ਹੈ ਨਾ। ਪ੍ਰਗੀਤ मतलब ਆਤਮ ਸੰਬੋਧਨ ਹੁੰਦਾ, ਆਪਣੇ ਮਤਲਬ ਆਪਾਂ ਮੋਟੇ ਅਰਥਾਂ ਦੇ ਵਿੱਚ ਪੜ੍ਹਦੇ ਹੈਗੇ ਹਾਂ। ਸਮੁੱਚੀ ਕਵਿਤਾ ਜਿਹੜੀ ਹੈਗੀ ਆ ਪੰਜਾਬੀ, ਉਹ मतलब ਕੀ ਆ, ਪ੍ਰਗੀਤ ਹੈਗੀ ਆ। ਗੁਰਮਤਿ ਧਾਰਾ ਪੂਰੀ ਤਰ੍ਹਾਂ ਨਾਲ ਪ੍ਰਗੀਤ ਅਧੀਨ ਆਉਂਦੀ ਹੈ। मतलब ਗੁਰਮਤਿ ਧਾਰਾ ਜਿਹੜੀ ਮੱਧਕਾਲ ਦੀ मतलब ਸ਼੍ਰੋਮਣੀ ਕਾਵਿ ਧਾਰਾ ਕਹਿ ਸਕਦੇ ਹੈਗੇ ਸਾਡੀ, ਉਹ ਸੰਪੂਰਨ ਜਿਹੜੀ ਆ ਪ੍ਰਗੀਤ ਦੇ ਵਿੱਚ ਹੀ ਗਿਣੀ ਜਾਂਦੀ ਹੈਗੀ ਹੈ। ਪ੍ਰਗੀਤ ਜਿਹੜਾ ਹੈਗਾ ਵਾ, ਸੰਗੀਤ ਜਿਹੜਾ ਇਹਦੇ ਲਈ ਜ਼ਿਆਦਾ ਜ਼ਰੂਰੀ ਸਮਝਿਆ ਜਾਂਦਾ। ਵੈਸੇ ਦੇਖੋ, ਮੈਂ ਗੱਲ ਕਲੀਅਰ ਕਰਤੀ ਕਿ ਕਾਵ ਜਿਹੜਾ ਹੈਗਾ, ਕਾਵ ਦੀ ਆਤਮਾ मतलब ਹਰ ਇੱਕ ਉਹ ਚੀਜ਼, ਠੀਕ ਆ, ਹਰ ਇੱਕ ਉਹ ਕਾਵ ਜਿਹੜਾ मतलब ਕੀ ਆ, ਜਿਹੜਾ ਕਹਿ ਦਈਏ ਆਪਾਂ ਤਾਂ ਜਿਹੜਾ मतलब ਭਾਵ ਵਿਚਾਰ ਪੇਸ਼ ਕਰਦਾ ਹੈ ਨਾ, ਚਾਹੇ ਉਹ ਗੁਰਮਤਿ ਨੇ, ਚਾਹੇ ਉਹ ਅਧਿਆਤਮਕ ਨੇ, ਚਾਹੇ ਉਹ ਕਿੱਸਾ ਕਾਵ ਨਾਲ ਸੰਬੰਧ ਰੱਖਦੇ ਹੈਗੇ ਨੇ, ਤਾਂ ਉਹਦੇ ਵਿੱਚ ਮਤਲਬ ਜਦੋਂ ਸੰਗੀਤ ਦਾ ਅੰਸ਼ ਆ ਜਾਂਦਾ ਤਾਂ ਅਸੀਂ ਉਸ ਨੂੰ ਪ੍ਰਗੀਤ ਕਹਿ ਦਿੰਦੇ ਹਾਂ, ਠੀਕ ਆ ਜੀ। ਅੱਗੇ ਜੀ ਅਸੀਂ ਗੱਲ ਕਰਦੇ ਹੈਗੇ ਹਾਂ ਬਿੰਬ ਕੀ ਹੁੰਦਾ, ਠੀਕ ਹੈ ਜੀ। ਪ੍ਰਤੀਕ ਅਤੇ ਬਿੰਬ ਮਨੁੱਖ ਦੀਆਂ ਸਾਰੀਆਂ ਗਿਆਨ ਇੰਦਰੀਆਂ, ਮਨੁੱਖ ਦੀਆਂ ਸਾਰੀਆਂ ਗਿਆਨ ਇੰਦਰੀਆਂ ਦੁਆਰਾ ਪੈਦਾ ਹੋਈ ਸੰਵੇਦਨਾ। ਅਸੀਂ ਕਿਸੇ ਚੀਜ਼ ਨੂੰ ਦੇਖਦੇ ਹੈਗੇ ਹਾਂ, ਪੜ੍ਹਦੇ ਹੈਗੇ ਹਾਂ, ਸੁਣਦੇ ਹੈਗੇ ਹਾਂ, ਠੀਕ ਹੈ ਜੀ, ਤਾਂ ਮਤਲਬ ਉਸ ਤੋਂ ਜੋ ਅਸੀਂ ਅਨੁਭਵ ਗ੍ਰਹਿਣ ਕਰਦੇ ਹੈਗੇ ਹਾਂ, ਠੀਕ ਹੈ, ਜੋ ਸੰਵੇਦਨਾ ਸਾਡੇ ਮਨ ਦੇ ਵਿੱਚ ਉਤਪੰਨ ਹੁੰਦੀ ਹੈਗੀ ਆ, ਤਾਂ ਉਹਨੂੰ ਆਪਾਂ ਕੀ ਆ, ਬਿੰਬ ਕਹਿ ਦਿੰਦੇ ਹਾਂ, ਠੀਕ ਹੈ ਜੀ। ਜਿਹੜੀ ਪ੍ਰਤੀਕ ਅਤੇ ਬਿੰਬ ਹੈਗੇ ਨੇ ਕਵਿਤਾ ਦੇ ਅਹਿਮ ਤੱਤ ਹੈਗੇ ਨੇ, ਠੀਕ ਆ। ਉਹ ਵੱਡੀਆਂ ਵੱਡੀਆਂ ਗੱਲਾਂ ਜਿਹੜੀਆਂ ਕਵੀ मतलब ਸਾਨੂੰ ਕੀ ਆ, ਅਣਦਿਸੇ ਦ੍ਰਿਸ਼ ਹੈਗੇ ਨੇ ਜਾਂ ਅਣਦਿਸੀਆਂ ਘਟਨਾਵਾਂ ਹੈਗੀਆਂ, ਉਹ ਦਿਖਾ ਜਾਂਦਾ ਹੈ ਨਾ। ਇਹ ਹੁੰਦੇ ਨੇ 5 ਤਰ੍ਹਾਂ ਦੇ ਆਲੋਚਕਾਂ ਦੇ ਮੁਤਾਬਕ। ਦ੍ਰਿਸ਼ ਹੋ ਗਿਆ, ਸਰਬ ਹੋ ਗਿਆ, ਸੰਵਾਦ ਹੋ ਗਿਆ, ਗੰਧ ਹੋ ਗਿਆ ਅਤੇ ਸਪਰਸ਼ ਹੋ ਗਿਆ। ਸਪਰਸ਼ ਛੂਹਣ ਦੇ ਨਾਲ, ਗੰਧ ਸੁੰਘਣ ਦੇ ਨਾਲ, ਸਵਾਦ ਚੱਖਣ ਦੇ ਨਾਲ ਅਤੇ ਸਰਬ ਸੁਣਨ ਦੇ ਨਾਲ, ਦ੍ਰਿਸ਼ ਦੇਖਣ ਦੇ ਨਾਲ, ਠੀਕ ਹੈ ਜੀ। ਮੋਟੇ ਤੌਰ 'ਤੇ ਮਤਲਬ ਇਹ ਸਾਡੀਆਂ ਜਿਹੜੀਆਂ ਇੰਦਰੀਆਂ ਹੈਗੀਆਂ ਨੇ, ਜਿਹੜੀਆਂ ਮਤਲਬ ਕੀ ਆ, ਪ੍ਰਭਾਵ ਗ੍ਰਹਿਣ ਕਰਦੀਆਂ ਨੇ, ਹੈ ਨਾ ਜੀ। ਤਾਂ ਬਿੰਬ ਤੁਹਾਨੂੰ ਉਮੀਦ ਆ ਕਿ ਸਮਝ ਲੱਗ ਗਿਆ ਹੋਊਗਾ ਬਿੰਬ ਹੁੰਦਾ ਕੀ ਹੈਗਾ। ਪ੍ਰਤੀਕ ਦੀ ਆਪਾਂ ਗੱਲ ਪਹਿਲਾਂ ਵੀ 1-2 ਵਾਰੀ ਕਰ ਚੁੱਕੇ ਹੈਗੇ ਹਾਂ। ਮੈਂ ਪਤੰਗ ਕਿਸੇ ਦੀ ਡੋਰਾਂ ਵਾਲਾ ਖਿੱਚਦਾ, ਪਤੰਗ ਪਈ ਚੜ੍ਹਦੀ ਉੱਚੀ ਪਈ ਚੜ੍ਹਦੀ। ਇਹ ਸਤਰਾਂ ਜਿਹੜੀਆਂ ਪ੍ਰੋਫੈਸਰ ਪੂਰਨ ਸਿੰਘ ਦੀਆਂ ਲਿਖੀਆਂ ਹੋਈਆਂ ਹੈਗੀਆਂ ਨੇ। ਮੈਂ ਨਾ ਤਾਂ ਕਰਕੇ ਵੀਡੀਓ ਨਾ 2-4 ਦਿਨ ਬਣਾਈ ਨਹੀਂ ਹੈਗੀ। ਮੈਨੂੰ ਨਾ ਪਤਾ ਨਹੀਂ ਕਿਉਂ 1-2 ਬੱਚਿਆਂ ਦੇ ਕਮੈਂਟ ਆਏ मतलब ਹੈ ਨਾ, ਕਿ ਸਰ ਤੁਸੀਂ MCQ ਜਿਹੜੇ ਨੇ ਉਹ ਕੁਐਸਚਨ ਬਣਾਇਆ ਕਰੋ, ਹੈ ਨਾ। ਦੇਖੋ मतलब ਮੇਰਾ ਕੋਈ ਮਕਸਦ ਨਹੀਂ ਸੀਗਾ ਕਮੈਂਟ ਇਕੱਠੇ ਕਰਨਾ, ਜਾਂ ਮੇਰਾ ਮਕਸਦ ਨਹੀਂ ਸੀਗਾ। ਚਲੋ मतलब ਮੈਨੂੰ ਐਂ ਸੀਗਾ ਵੀ ਚਲੋ ਜਿੰਨਾ ਕੁ ਹੈਗਾ ਮੇਰੇ ਤੋਂ, ਹੈ ਨਾ, ਮੈਂ ਕੋਸ਼ਿਸ਼ ਕਰਾਂ, ਹੈ ਨਾ। ਮੈਂ ਵੈਸੇ ਹੀ ਸ਼ੁਰੂ ਕਰ ਲਿਆ ਸੀਗਾ। ਦੇਖੋ ਬਣੇ ਬਣਾਏ ਕੁਐਸਚਨਾਂ ਦੇ ਵਿੱਚ ਨਾ ਪਿਆ ਕਰੋ, ਹੈ ਨਾ। ਮੇਰੇ ਕੋਲ ਕਿਤਾਬਾਂ ਬਹੁਤ ਪਈਆਂ ਨੇ, ਵਾਧੂ ਕਿਤਾਬਾਂ ਪਈਆਂ ਨੇ। ਦੇਖੋ ਮੇਰਾ ਲੈਵਲ ਜਾਂ ਮੇਰੀ ਜਾਣਕਾਰੀ ਥੋੜ੍ਹੀ ਬਹੁਤੀ, ਦੇਖੋ ਮੈਂ ਕੋਈ ਧਰਮਾਤਮਾ ਤਾਂ ਹੈ ਨਹੀਂ ਗਾ, ਧਨੰਤਰ ਵੈਦ ਤਾਂ ਹੈ ਨਹੀਂ ਗਾ, ਠੀਕ ਆ ਜੀ, ਕਿ ਮੈਂ ਪੂਰਾ ਹੀ ਹਾਂ। ਪਰ ਹਾਂ, ਜਿੰਨਾ ਕੁ ਹੈਗਾ ਮੈਂ ਉਨਾ ਕੁ मतलब ਜ਼ਰੂਰ ਕਰਦਾ ਹੈਗਾ ਨਾ। ਤੁਸੀਂ ਬਣੇ ਬਣਾਏ ਕੁਐਸਚਨਾਂ ਦੇ ਵਿੱਚ ਨਾ ਪਿਆ ਕਰੋ। ਬਣੇ ਬਣਾਏ ਕੁਐਸਚਨ ਚੱਕ ਕੇ ਪਾ ਦੂੰਗਾ ਡੇਲੀ 100, ਠੀਕ ਆ, ਉਹਦਾ ਕੋਈ ਫਾਇਦਾ ਨਹੀਂ ਹੈਗਾ ਨਾ। ਹਰ ਵਾਰੀ ਬਦਲ ਕੇ ਪਾ ਦਾਂਗੇ। ਸੋ ਇਸ ਕਰਕੇ ਥੋੜ੍ਹਾ ਜਿਹਾ ਥਿਊਰੀਕਲੀ ਹੋ, ਹੈ ਨਾ। मतलब ਮੈਨੂੰ ਲੱਗਦਾ ਹੁੰਦਾ ਕਿ ਵਧੀਆ ਢੰਗ ਨਾਲ ਜਿੰਨਾ ਸਮਝਾ ਸਕਾਂ ਤਾਂ ਜ਼ਿਆਦਾ ਵਧੀਆ, ਹੈ ਨਾ। ਕੋਸ਼ਿਸ਼ ਕਰੂੰਗਾ, ਬਾਕੀ ਦੇਖਦੇ ਹਾਂ ਜੀ ਕੀ ਕਹਿੰਦੇ ਹੈਗੇ, ਰਿਸਪੌਂਸ ਕੀ ਆਉਂਦਾ ਹੈਗਾ ਵਾ। ਅੱਗੇ ਜੀ ਰਹੱਸਵਾਦ, ਅਸੀਂ ਇਹਦੀ ਵੀ ਗੱਲ ਕਰ ਚੁੱਕੇ ਹਾਂ। ਰਹੱਸਵਾਦ ਜਿਹੜਾ ਹੈਗਾ ਅਧਿਆਤਮਕ ਦੀ ਪ੍ਰਵਿਰਤੀ ਹੈਗੀ ਹੈ, ਇੱਕ ਅਨੁਭਵ ਹੈਗਾ। ਅਸੀਂ ਪਹਿਲਾਂ ਹੀ ਗੱਲ ਕੀਤੀ ਹੈ, ਜਿਹੜਾ ਰਹੱਸਵਾਦ ਕੋਈ ਸਿਧਾਂਤ ਨਹੀਂ ਹੈਗਾ, ਇਹ ਇੱਕ ਅਧਿਆਤਮਕ ਪ੍ਰਵਿਰਤੀ ਸੀ ਜਾਂ ਅਨੁਭਵ ਸੀਗਾ, ਠੀਕ ਆ, ਜਿਹੜਾ ਬੰਦਾ मतलब ਕਿ ਗ੍ਰਹਿਣ ਕਰ ਸਕਦਾ, ਹੈ ਨਾ। मतलब ਜਿਹੜਾ ਗ੍ਰਹਿਣ ਕਰ, ਜਿਵੇਂ ਬੁੱਲੇ ਸ਼ਾਹ ਹੋਣੀ ਸੀਗੇ, ਮੈਂ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਆਪੇ ਰਾਂਝਾ ਹੋਈ। ਜਿਵੇਂ ਅੱਗੇ ਇਸ ਦੀ मतलब ਕਬੀਰ ਜੀ ਨੇ ਦੱਸਿਆ ਵੀ ਕਿ ਜਿਸ ਰਹੱਸਵਾਦ ਨੂੰ ਕਿਵੇਂ मतलब ਕਰ ਸਕਦੇ ਹੈਗੇ ਆ। ਉਹ ਕਹਿੰਦਾ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਜੇ ਗੂੰਗੇ ਨੂੰ ਗੁੜ ਦਈਏ ਤਾਂ ਉਹਨੂੰ ਜੇ ਪੁੱਛਿਆ ਜਾਵੇ ਸਵਾਦ ਕੀ ਆ, ਤਾਂ ਉਹ ਗੁਣ ਕਰਕੇ ਨਹੀਂ ਦੱਸੇਗਾ ਸਾਨੂੰ, ਠੀਕ ਆ। ਤਾਂ ਇਹੀ ਚੀਜ਼ ਜਿਹੜੀ ਰਹੱਸਵਾਦ ਹੈਗੀ ਆ, ਇੱਕ ਆਤਮਾ ਦੀ मतलब ਕੀ ਆ, ਅਵਸਥਾ ਹੈਗੀ ਆ ਰਹੱਸਵਾਦ। ਅਧਿਆਤਮਕ ਪ੍ਰਵਿਰਤੀ ਅਨੁਭਵ ਹੈਗਾ ਮਨ ਦਾ, ਠੀਕ ਆ ਜੀ। ਉਮੀਦ ਆ ਤੁਹਾਨੂੰ ਇੱਥੇ ਹੁਣ ਕਲੀਅਰ ਹੋ ਗਿਆ ਹੋਵੇਗਾ ਇਹ ਕਿ ਰਹੱਸਵਾਦ ਹੈ ਕੀ ਚੀਜ਼ ਆ। ਮੱਧਕਾਲੀ ਜਿਹੜਾ ਸਾਹਿਤ ਹੈਗਾ ਕਾਫੀ ਜ਼ਿਆਦਾ ਰਹੱਸਵਾਦ ਹੈਗਾ ਵਾ। ਅੱਗੇ
ਅੱਗੇ ਆਪਾਂ ਗੱਲ ਕਰਦੇ ਹੈਗੇ ਆ ਜੀ, ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਜਪਜੀ ਸਾਹਿਬ ਦੇ ਵਿੱਚੋਂ ਲਈਆਂ ਗਈਆਂ, ਠੀਕ ਹੈ ਜੀ। ਸੱਚਖੰਡ ਅਖੀਰ ਦੇ ਉੱਪਰ ਆਉਂਦਾ ਹੈਗਾ ਨਾ, ਪੰਜਾਂ ਖੰਡਾਂ ਦਾ ਜਿਹੜਾ ਜ਼ਿਕਰ ਕੀਤਾ ਗਿਆ ਵਾ। ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਧਰਮਖੰਡ, ਠੀਕ ਹੈ ਜੀ। ਧਰਮਖੰਡ, ਗਿਆਨਖੰਡ, ਸ਼ਰਮਖੰਡ, ਕਰਮਖੰਡ ਅਤੇ ਸੱਚਖੰਡ। ਕਰਮਖੰਡ ਦੇ ਵਿੱਚ ਜਿਹੜੀ ਹੈ ਮਿਹਰ ਆ ਜਾਂਦੀ ਹੈ, ਠੀਕ ਹੈ ਜੀ। ਅਤੇ ਮਿਹਨਤ ਜਿਹੜੀ ਆਉਂਦੀ ਹੈ ਸ਼ਰਮਖੰਡ ਦੇ ਵਿੱਚ, ਠੀਕ ਹੈ ਜੀ। ਧਰਮਖੰਡ ਜਦੋਂ ਸ਼ੁਰੂਆਤੀ ਦੌਰ ਹੈਗਾ ਸ਼ਰੀਅਤ ਵਾਂਗੂ, ਮਤਲਬ ਹੈ ਨਾ ਧਰਮ ਦੇ ਰਾਹ 'ਤੇ ਚੱਲਣਾ, ਤਾਂ ਹੌਲੀ ਹੌਲੀ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਇਨਸਾਨ ਨੂੰ, ਠੀਕ ਹੈ। ਫਿਰ ਬੰਦਾ ਮਿਹਨਤ ਕਰਨੀ ਸ਼ੁਰੂ ਕਰ ਦਿੰਦਾ। ਮਿਹਨਤ ਕਰਨ ਤੋਂ ਬਾਅਦ ਇਨਸਾਨ 'ਤੇ ਕਿਰਪਾ ਉਸ ਪਰਮਾਤਮਾ ਦੀ ਜਿਹੜੀ ਹੈ ਹੋਣੀ ਸ਼ੁਰੂ ਹੋ ਜਾਂਦੀ ਹੈ। ਅਤੇ ਅੰਤ ਦੇ ਵਿੱਚ ਉਹ ਮੋਕਸ਼ ਦੀ ਪ੍ਰਾਪਤੀ, ਜਿਹਨੂੰ ਅਸੀਂ ਕਹਿੰਦੇ ਹਾਂ ਸੱਚਖੰਡ, ਠੀਕ ਹੈ ਜੀ। ਚਲੋ ਪਤਾ ਨਹੀਂ ਕਿੰਨੀਆਂ ਕੁ ਗੱਲਾਂ ਮੇਰੀਆਂ ਸਹੀ ਨੇ ਇਹ, ਪਰ ਇਹ ਤੁਸੀਂ ਤਰਤੀਬ ਵੀ ਯਾਦ ਕਰ ਲਿਓ, ਠੀਕ ਹੈ। ਅਤੇ ਇਹ ਗੁਰਬਾਣੀ ਦੇ ਵਿੱਚੋਂ ਲਏ ਗਏ ਨੇ, ਠੀਕ ਹੈ ਜੀ। ਦੇਖੋ ਮੈਂ ਅੱਗੇ ਵੀ ਕਹਿੰਦਾ ਹੁਣ ਕਿ ਜਪਜੀ ਸਾਹਿਬ ਅਤੇ ਸੁਖਮਨੀ ਸਾਹਿਬ ਜ਼ਰੂਰ ਪੜ੍ਹ ਲਿਓ, ਠੀਕ ਹੈ। ਇੱਕ ਦਿਨ ਆਪਣੇ ਵਿਸ਼ੇ ਨੂੰ ਲੈ ਕੇ ਜ਼ਰੂਰ ਪੜ੍ਹ ਲਿਓ, ਠੀਕ ਹੈ। ਇੱਥੇ ਜੀ ਅੱਗੇ ਜੀ, ਮੈਂ ਮੁੜ ਮੁੜ ਲੋਚਾਂ ਪਸ਼ੂ ਥੀਣ ਨੂੰ, ਆਦਮੀ ਬਣ ਬਣ ਥੱਕਿਆ। ਇਹ ਵੀ ਪ੍ਰੋਫੈਸਰ ਮੋਹਨ ਸਿੰਘ ਨੇ ਸਤਰਾਂ ਹੈਗੀਆਂ ਨੇ, ਲਿਖਿਆ ਗਲਤ ਹੋਇਆ ਪਰ ਮੈਂ ਬੋਲ ਸਹੀ ਰਿਹਾ। ਮੈਂ ਮੁੜ ਮੁੜ ਲੋਚਾਂ ਪਸ਼ੂ ਥੀਣ ਨੂੰ, ਆਦਮੀ ਬਣ ਬਣ ਥੱਕਿਆ। ਭਾਵ ਮੈਂ ਇਨਸਾਨ ਬਣ ਬਣ ਕੇ ਥੱਕ ਚੁੱਕਿਆ ਵਾਂ, ਠੀਕ ਹੈ ਜੀ। ਪੋਠੋ ਹਿਆਰ ਦੇ ਇਲਾਕੇ ਦੇ ਨਾਲ ਸੰਬੰਧ ਰੱਖਦੇ ਸੀ, ਠੀਕ ਹੈ ਜੀ। ਇਹਨਾਂ ਦਾ ਜਿਹੜਾ ਜੱਦੀ ਪਿੰਡ ਸੀਗਾ ਜਨਮ ਸਰਹੱਦ ਵਿਖੇ ਹੋਇਆ ਸੀਗਾ, ਪਰ ਇਹਨਾਂ ਦਾ ਜਿਹੜਾ ਆਪਣਾ ਪਿੰਡ ਸੀਗਾ ਉਹ ਮਤਲਬ ਕਿ ਪੋਠੋਹਾਰੀ ਸੀਗੇ। ਪੋਠੋਹਾਰੀ ਇਹਨਾਂ ਦੇ ਪੋਠੋਹਾਰੀ ਦਰਿਆਵਾਂ ਦੇ ਵਿੱਚ, ਇਹਨਾਂ ਪੋਠੋਹਾਰੀ ਦਰੱਖਤਾਂ ਦੇ ਵਿੱਚ, ਜਾਂ ਉਸ ਦਾ ਜਿਹੜਾ ਕੁਦਰਤੀ ਵਾਤਾਵਰਨ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਸੀਗਾ। ਅਬ ਲਗਨ ਲੱਗੀ ਕੀ ਕਰੀਏ, ਜੀ ਸਕੀਏ ਨਾ ਮਰ ਜੀ ਸਕੀਏ ਨਾ ਮਰ ਸਕੀਏ, ਠੀਕ ਹੈ। ਅਬ ਲਗਨ ਲੱਗੀ, ਅਬ ਕਿਆ ਕਰੀਏ। ਬੁੱਲੇ ਸ਼ਾਹ ਦੀਆਂ ਜਿਹੜੀਆਂ ਇਹ ਸਤਰਾਂ ਨੇ ਹੈਗੀਆਂ ਨੇ, ਇਹੋ ਜਿਹੀਆਂ ਸਤਰਾਂ ਲਿਖ ਲਿਆ ਕਰੋ। ਬਾਲਾ 50 60 100 ਹੋ ਜੂਗੀ, ਠੀਕ ਹੈ। ਗੁਰਬਾਣੀ ਮਿਲਾ ਕੇ 100 ਸਤਰਾਂ ਪੜ੍ਹਨੀਆਂ ਕੋਈ ਔਖੀਆਂ ਨਹੀਂ, ਯਾਦ ਹੋ ਜਾਂਦੀਆਂ ਹੁੰਦੀਆਂ ਸਾਨੂੰ। ਇਹ ਜਿਹੜੇ ਕੁਐਸਚਨ ਮੇਰੇ ਤਿਆਰ ਕੀਤੇ ਹੋਏ ਨੇ ਜੀ, ਦੇਖੋ ਇਹ ਨਿਰੋਲ ਮੇਰੀ ਮਿਹਨਤ ਹੈਗੀ ਆ ਵੱਖ ਵੱਖ ਕਿਤਾਬਾਂ ਦੇ ਵਿੱਚੋਂ। ਮੈਂ ਕੋਈ ਰੱਟਾ ਨਹੀਂ ਲਾਇਆ ਹੋਇਆ, ਮੈਂ ਕਿਸੇ ਇੱਕ ਬੁੱਕ ਦੇ ਵਿੱਚੋਂ ਨਹੀਂ ਪੜ੍ਹਿਆ ਹੋਇਆ, ਹੈ ਨਾ। ਬਾਕੀ ਤੁਹਾਨੂੰ ਪਤਾ ਲੱਗ ਹੀ ਜਾਂਦਾ ਹੋਊਗਾ, ਠੀਕ ਹੈ। ਮੇਰਾ ਮਤਲਬ ਉਹ ਨਹੀਂ ਹੈਗਾ, ਦੇਖੋ MCQ ਦੇ ਮੈਂ ਫੇਰ ਕਹਿ ਰਿਹਾ ਮੈਂ, ਠੀਕ ਹੈ। ਬਹੁਤ ਵਧੀਆ ਤਿਆਰੀ ਕਰਵਾਉਂਦੇ ਪਏ ਨੇ, ਪਰ ਮੇਰੀ ਆਦਤ ਨਹੀਂ ਹੈਗੀ ਕਿ ਮੈਂ ਪਹਿਲਾਂ ਕੁਐਸਚਨ ਪੜ੍ਹਾਂ ਅਤੇ ਬਾਅਦ 'ਚੋਂ ਉੱਪਰ ਨੂੰ ਚੱਕ ਕੇ ਦੇਖਾਂਗੇ ਇਹਦਾ ਆਨਸਰ ਕਿਹੜਾ ਹੈਗਾ, ਹੈ ਨਾ। ਤਾਂ ਮੈਂ ਉਸ ਚੀਜ਼ ਨੂੰ ਆਪਣੀ ਹੀਨਤਾ ਮੰਨਦਾ ਹੈਗਾ। ਸੋ ਜਿੰਨਾ ਕੁ ਵੀ ਕਰਵਾਊਂਗਾ ਤੁਹਾਨੂੰ ਵਧੀਆ ਢੰਗ ਨਾਲ ਹੀ ਕਰਵਾਊਂਗਾ, ਠੀਕ ਹੈ ਜੀ। ਹਾਂਜੀ, ਅੱਗੇ ਅਗਲਾ ਸਾਡਾ ਪ੍ਰਸ਼ਨ ਜੀ। ਪ੍ਰਿੰਸੀਪਲ ਤੇਜਾ ਸਿੰਘ ਆਖਰੀ ਉਮਰ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਗਲਿਸ਼ ਵਿੱਚ ਅਨੁਵਾਦ ਕਰ ਰਹੇ ਸੀਗੇ। ਉਹਨਾਂ ਨੇ ਮਾਝ ਰਾਜ ਤੱਕ ਹੀ ਅਨੁਵਾਦ ਕੀਤਾ ਸੀ। ਉਹਨਾਂ ਨੇ ਕਿਸੇ ਅੰਗਰੇਜ਼ ਬੀਬੀ ਦੇ ਕਹਿਣ 'ਤੇ ਕੀਤਾ ਸੀਗਾ। ਪ੍ਰਕਾਸ਼ਿਤ ਬਾਅਦ ਵਿੱਚ ਇਹਨੂੰ ਕੀਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ, ਠੀਕ ਹੈ ਜੀ। ਇਹ ਯਾਦ ਰੱਖ ਲਿਓ। ਵੈਸੇ ਉਹਨਾਂ ਦੀ ਪਹਿਲੀ ਪੁਸਤਕ ਆਉਂਦੀ ਆ 1942 ਦੇ ਵਿੱਚ, ਨਵੀਆਂ ਸੋਚਾਂ, ਜਿਸ ਵਿੱਚ ਜੀਵਨ ਅਤੇ ਰਚਨਾ ਬਾਰੇ ਦੱਸਿਆ ਹੋਇਆ ਵਾ। ਅਤੇ ਵੈਸੇ ਇਹਨਾਂ ਦੀ ਇੱਕ ਪਹਿਲੀ ਪੁਸਤਕ ਦਾ ਜ਼ਿਕਰ ਆਉਂਦਾ ਵਾ 1914 ਦੇ ਵਿੱਚ, ਗੁਰੂ ਨਾਨਕ ਸਾਹਿਬ ਮਿਸ਼ਨ। ਉਹ ਇਹਨਾਂ ਦੇ ਨਿਬੰਧ ਸੰਗ੍ਰਹਿ ਸੀਗਾ, ਠੀਕ ਹੈ। ਪਰ ਇਹ ਜਿਹੜੀ ਇਹਨਾਂ ਦੀ ਕਹਿ ਸਕਦੇ ਹੈਗੇ ਆ ਖੋਜਨਾ ਪੁਸਤਕ ਕਹਿ ਸਕਦੇ ਹੈਗੇ ਆ, ਸੰਬੰਧਿਤ ਹੈਗੀ ਆ ਗੁਰੂ ਨਾਨਕ ਸਾਹਿਬ ਮਿਸ਼ਨ। ਅੱਗੇ ਜੀ ਕਪੂਰ ਸਿੰਘ ਘੁੰਮਣ ਦਾ ਜਿਹੜਾ ਨਾਟਕ ਹੈਗਾ ਬੁਝਾਰਤ, ਇਹ ਜੀ ਸਟਰਿਡ ਵਰਗ ਦੇ ਜੀਵਨ 'ਤੇ ਆਧਾਰਿਤ ਨਾਟਕ ਹੈਗਾ। ਇਹਨਾਂ 'ਤੇ ਕਾਫੀ ਪ੍ਰਭਾਵ ਸੀਗਾ, ਮਤਲਬ ਸਟਰਿਡ ਵਰਗ ਦਾ, ਬਾਕੀਆਂ ਦਾ ਵੀ ਸੀਗਾ। ਮਤਲਬ ਇਸ ਨੇ ਇਹਨਾਂ ਦੇ ਇਸ ਨੂੰ ਲੈ ਕੇ ਮਤਲਬ ਇਹਨਾਂ ਨੇ ਕਿਹੜਾ ਜੀਵਨ ਵਾ ਲਿਖਿਆ, ਠੀਕ ਹੈ। ਕਪੂਰ ਸਿੰਘ ਘੁੰਮਣ ਦੇ ਤੁਸੀਂ ਨੈੱਟ 'ਤੇ ਸਰਚ ਮਾਰ ਸਕਦੇ ਹੋ। ਉਸ ਦਿਨ ਮੈਨੂੰ ਦੱਸਿਆ ਸੀਗਾ ਸਤਨਾਮ ਸਰ ਨੇ ਪੁੱਛਿਆ ਸੀਗਾ ਅਣਛਪੇ ਨਾਟਕ ਕਿਹੜੇ ਨੇ, ਠੀਕ ਹੈ। ਤਾਂ ਮੈਂ ਉਹ ਨੈੱਟ ਤੋਂ ਹੀ ਪੜ੍ਹਿਆ ਹੋਇਆ ਸੀਗਾ। ਮਤਲਬ ਕਾਫੀ ਥੀਸਸ ਪਏ ਹੁੰਦੇ ਨੇ, ਦੇਖੋ ਬਹੁਤ ਕੁਛ ਪਿਆ ਨੈੱਟ ਦੇ ਉੱਪਰ। ਵਿਦਿਆਰਥੀਆਂ ਦੇ ਯੂਨੀਵਰਸਿਟੀ ਦੇ ਥੀਸਸ ਪਏ ਹੈਗੇ ਨੇ, ਨਾਵਲਾਂ ਨਾਲ ਸੰਬੰਧਿਤ, ਨਾਟਕਾਂ ਨਾਲ ਸੰਬੰਧਿਤ, ਮੈਂ ਪਹਿਲਾਂ ਵੀ ਬਿਆਨ ਕੀਤਾ ਸੀਗਾ। ਤਾਂ ਕਾਫੀ ਕੁਛ ਤੁਹਾਨੂੰ ਮਿਲ ਜੂਗਾ ਕਪੂਰ ਸਿੰਘ ਘੁੰਮਣ ਜੀ 'ਤੇ ਪੜ੍ਹਨ ਨੂੰ, ਠੀਕ ਹੈ ਜੀ। ਕਪੂਰ ਸਿੰਘ ਘੁੰਮਣ ਜੀ ਮਤਲਬ ਯਥਾਰਥਵਾਦੀ ਤੋਂ ਸ਼ੁਰੂ ਹੋਏ ਸੀਗੇ, ਠੀਕ ਹੈ ਜੀ। ਅਤੇ ਪ੍ਰਯੋਗਵਾਦ ਦੇ ਵਿੱਚ ਚਲੇ ਗਏ ਸੀ। ਇਹਨਾਂ ਦਾ ਮਨ ਭਾਉਂਦਾ ਵਿਸ਼ਾ ਬਾਅਦ ਵਿੱਚ ਇਸਤਰੀ ਮਰਦ, ਜਿਹੜੇ ਕਿਵੇਂ ਕਹਿ ਦਈਏ ਮਨੋਵਿਗਿਆਨਕ ਵਿਸ਼ਾ ਇਹਨਾਂ ਨੇ ਲੈ ਲਿਆ ਸੀਗਾ। ਅਸਲ 'ਚ ਇਹ ਪਹਿਲੇ ਇਕਾਂਗੀਕਾਰ ਸੀਗੇ, ਮੈਂ ਪਹਿਲਾਂ ਵੀ ਦੱਸਿਆ ਸੀਗਾ, ਜਿਨ੍ਹਾਂ ਨੇ ਦੱਸਿਆ ਸੀਗਾ ਕਿ ਇਕਾਂਗੀਆਂ ਕਿਵੇਂ ਖੇਡਣੀਆਂ ਹੈਗੀਆਂ। ਆਪਣੀ ਇਕਾਂਗੀ ਦੇ ਨਾਲ ਮਤਲਬ ਕੀ ਆ ਦਿਸ਼ਾ ਨਿਰਦੇਸ਼ ਵੀ ਇਹ ਜਾਰੀ ਕਰਦੇ ਸੀ ਕਿਵੇਂ ਕਿਵੇਂ ਖੇਡੀਆਂ ਜਾਣ। ਇਹਨਾਂ ਦੇ ਅਸਲ 'ਚ ਕਥਨ ਵੀ ਹੈਗਾ ਮਤਲਬ ਕਿ ਜਿਹੜਾ ਨਾਟਕ ਨਹੀਂ ਖੇਡਿਆ ਗਿਆ ਨਾ, ਮਤਲਬ ਉਹ ਬਾਂਝ ਔਰਤ ਦੇ ਬਰਾਬਰ ਹੈਗਾ। ਮਤਲਬ ਇਹ ਮਤਲਬ ਰੰਗਮੰਚ ਨੂੰ ਇੰਨਾ ਕੁ ਜ਼ਿਆਦਾ ਮਹੱਤਵ ਦਿੰਦੇ ਸੀਗੇ ਇਹ। ਮਤਲਬ ਤੁਹਾਨੂੰ ਪੜ੍ਹਨ ਨੂੰ ਮਿਲੂਗਾ, ਇਹ 'ਤੇ ਸਰਚ ਮਾਰਿਓ, ਠੀਕ ਆ। ਅੱਜ ਤੁਸੀਂ ਮੇਰੇ ਕਹਿਣ 'ਤੇ ਸਰਚ ਮਾਰਿਓ ਕਪੂਰ ਸਿੰਘ ਘੁੰਮਣ ਦੇ ਨਾਟਕ, ਤਾਂ ਬੜਾ ਕੁਛ ਤੁਹਾਨੂੰ ਮਿਲੂਗਾ ਪੜ੍ਹਨ ਨੂੰ ਇਹਨਾਂ ਬਾਰੇ। ਅੱਗੇ ਜੀ ਕਲਮ ਦੀ ਕਰਾਮਾਤ ਜਿਹੜਾ ਨਿਬੰਧ ਹੈਗਾ ਡਾਕਟਰ ਬਲਵੀਰ ਸਿੰਘ ਜੀ ਦਾ ਹੈਗਾ, ਠੀਕ ਹੈ ਜੀ। ਗੁਰੂ ਗੋਬਿੰਦ ਸਿੰਘ ਜੀ ਦੇ ਜਫਰਨਾਮੇ ਨਾਲ ਸੰਬੰਧਿਤ ਹੈਗਾ। ਸ਼ੁਰੂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਇਹਨਾਂ ਦਾ ਇਹਦੇ ਜਿਹੜੀ ਨਿਬੰਧ ਦਾ ਸ਼ੁਰੂਆਤ ਜਿਹੜੀ ਹੁੰਦੀ ਹੈ ਇਹਨਾਂ ਦੇ ਨਾਲ ਹੀ ਹੁੰਦੀ ਹੈ ਦਰਬਾਰ ਦੇ ਵਿੱਚੋਂ। ਮਤਲਬ ਇਸ ਦੇ ਵਿੱਚ ਕਲਮ ਦੀ ਕਰਾਮਾਤ ਦੇ ਵਿੱਚ ਕਲਮ ਦੀ ਜਿਹੜੀ ਤਾਕਤ ਦਾ ਜ਼ਿਕਰ ਕੀਤਾ ਗਿਆ। ਜਿਵੇਂ ਜਫਰਨਾਮਾ ਪੜ੍ਹ ਕੇ ਮਤਲਬ ਕੀ ਆ ਔਰੰਗਜ਼ੇਬ ਜਿਹੜਾ ਸੀਗਾ, ਮਤਲਬ ਜਿਵੇਂ ਕਹਿ ਦਈਏ ਕਿ ਆਪਣੇ ਪਤਨ ਦੇ ਵਿੱਚ ਪੂਰੀ ਤਰ੍ਹਾਂ ਨਾਲ ਸਮਾ ਗਿਆ ਸੀ, ਹੈ ਨਾ। ਤਾਂ ਕਲਮ ਦੀ ਕਰਾਮਾਤ ਸਾਹਿਤ ਦੀ ਸ਼ਕਤੀ ਨੂੰ ਮਤਲਬ ਕੀ ਆ ਬਿਆਨ ਕੀਤਾ ਗਿਆ। ਇਹ ਤੁਸੀਂ ਮਤਲਬ ਕੀ ਆ ਜ਼ਰੂਰ ਦੇਖ ਲਿਓ, ਨੋਟ ਕਰ ਲਿਓ ਇਸ ਚੀਜ਼ ਨੂੰ। ਹਾਂਜੀ, ਅੱਗੇ 2-4 ਗੱਲਾਂ ਕਰਾਂਗੇ ਜੀ ਆਪਾਂ ਅੱਧ ਚਾਨਣੀ ਰਾਤ 'ਤੇ, ਠੀਕ ਆ ਜੀ।
ਗੁਰਦਿਆਲ ਸਿੰਘ ਜੀ ਦਾ ਲਿਖਿਆ ਹੋਇਆ ਅੱਧ ਚਾਨਣੀ ਰਾਤ ਸਾਹਿਤ ਅਕਾਦਮੀ ਅਵਾਰਡ ਮਿਲਿਆ ਹੋਇਆ 1975 ਦੇ ਵਿੱਚ ਇਹਨਾਂ ਨੂੰ। ਠੀਕ ਹੈ ਜੀ। ਮੁੱਖ ਪਾਤਰ ਇਹਦਾ ਮੋਦਨ ਹੈਗਾ। ਠੀਕ ਹੈ ਜੀ। ਕਿਸਾਨੀ ਜੀਵਨ ਦੇ ਵਿੱਚ ਜਾਂ ਜਿਹੜੀਆਂ ਪੈਦਾ ਹੋਈਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ, ਅਤੇ ਇਹਦੇ ਸੱਜਣ ਅਤੇ ਇਹਦੇ ਛੋਟੇ ਭਰਾ ਹੁੰਦੇ ਨੇ, ਅਤੇ ਦੂਜੀ ਧਿਰ ਜਿਹੜੀ ਹੈ ਨੰਬਰਦਾਰ ਨਾਲ ਸੰਬੰਧ ਰੱਖਦੀ ਹੈਗੀ ਹੈ। ਠੀਕ ਹੈ ਜੀ। ਇੱਕ ਇਹਦੇ ਵਿੱਚ ਪਾਤਰ ਪਾਲਾ ਵੀ ਆਉਂਦਾ ਹੈਗਾ, ਉਹਦਾ ਵੀ ਕਾਫੀ ਮਹੱਤਵਪੂਰਨ ਰੋਲ ਹੈਗਾ ਵਾ। ਇਹ 5ਵਾਂ ਨਾਵਲ ਆ। ਠੀਕ ਹੈ ਜੀ। ਉਹਨਾਂ ਦਾ ਪਹਿਲਾ, ਦੂਜਾ, ਤੀਜਾ ਤੋਂ ਬਾਅਦ 5ਵਾਂ ਮੈਨੂੰ ਦੱਸਣ ਦੀ ਲੋੜ ਨਹੀਂ, ਬਹੁਤੇ ਵਿਦਿਆਰਥੀਆਂ ਨੂੰ ਪਤਾ ਹੀ ਹੋਣਾ ਵਾ। 1972 'ਚ ਲਿਖਿਆ ਗਿਆ ਸੀ, 75 'ਚ ਨਾਮ ਮਿਲਿਆ ਸੀ। 6 ਕਾਂਡ ਸੀਗੇ। ਠੀਕ ਹੈ ਜੀ। ਇਸ ਨਾਵਲ ਦੇ ਅਧੂਰਾ ਕਾਂਡ ਤੋਂ ਸ਼ੁਰੂ ਹੁੰਦਾ। ਠੀਕ ਹੈ ਜੀ। ਜਦੋਂ ਜੇਲ੍ਹ ਕੱਟ ਕੇ ਆਉਂਦਾ ਰਾਤ ਨੂੰ। ਠੀਕ ਆ। ਫਿਰ ਸਵੇਰ ਅਵੇਰ, ਢਲਦਾ ਪੈਰ, ਝੱਲਾਂ ਦੀ ਅੱਗ, ਅਤੇ ਫਿਰ ਕੁਬੇੜਾ। ਠੀਕ ਹੈ ਜੀ। ਇਹ ਜਿਹੜਾ ਨਾਵਲ ਹੈਗਾ ਵਾ, ਇਹ ਆਲੋਚਨਾਤਮਕ ਗਲਪਕਾਰੀ ਦਾ ਸਿਖਰ ਕਹਿ ਸਕਦੇ ਹੈਗੇ ਆ। ਗੁਰਦਿਆਲ ਸਿੰਘ ਜੀ ਦੀ ਆਲੋਚਨਾਤਮਕ ਯਥਾਰਥਵਾਦੀ ਜਿਹੜੀ ਹੈਗੀ ਗਲਪਕਾਰੀ ਉਹਨਾਂ ਦਾ ਵਿਸ਼ਾ ਹੈਗਾ, ਮਤਲਬ ਕਹਿ ਦਈਏ ਤਾਂ ਉਹਦਾ ਮਤਲਬ ਕੀ ਹੈ, ਇਹ ਇੱਕ ਸਿਖਰ ਮੰਨਿਆ ਗਈ ਹੈ। ਠੀਕ ਹੈ। ਆਲੋਚਨਾਤਮਕ ਯਥਾਰਥਵਾਦੀ ਨੇ। ਠੀਕ ਹੈ। ਉਹ ਜੀ ਇਹ ਨਾਵਲ, ਇਹ ਵੀ ਤੁਸੀਂ 2-4 ਗੱਲਾਂ ਜਿਹੜੀਆਂ ਜ਼ਰੂਰ ਨੋਟ ਕਰ ਲੈਣੀਆਂ ਨੇ। ਮੇਰੇ ਕੋਲ ਕਿਤਾਬਾਂ ਜੀ ਕਾਫੀ ਪਈਆਂ ਹੈਗੀਆਂ ਨੇ, MCQ ਵਾਲੀਆਂ ਵੀ ਕਾਫੀ ਪਈਆਂ ਹੈਗੀਆਂ ਨੇ। ਦੇਖੋ ਮੈਂ ਚੱਕ ਕੇ 50-60 ਪ੍ਰਸ਼ਨ ਮੈਨੂੰ ਕਾਪੀ ਕਰਨੇ ਕੋਈ ਔਖੇ ਨਹੀਂ ਹੈਗੇ। ਇਹ ਪ੍ਰਸ਼ਨ ਜਿਹੜੇ ਆ ਮੈਂ ਮਿਹਨਤ ਕਰਕੇ ਲੱਭੇ ਹੋਏ ਨੇ। ਇਹ ਅੱਜ ਹੀ ਪ੍ਰਸ਼ਨ ਪੜ੍ਹੇ ਸੀਗੇ ਮੈਂ, ਇਹ ਮੇਰੇ ਪੁਰਾਣੇ ਨਹੀਂ ਸੀਗੇ। ਅੱਜ ਹੀ ਇਹਨਾਂ ਨੂੰ ਮੈਂ ਅੱਜ ਹੀ ਪੜ੍ਹਿਆ ਸੀ, ਸਕੂਲ ਬੈਠਾ ਸੀ ਘੰਟਾ, ਤਾਂ 35-40 ਮਿੰਟ ਮੈਂ ਜ਼ਬਰਦਸਤ ਲਾਏ, ਅਤੇ ਮਤਲਬ ਮੈਨੂੰ ਕਾਫੀ ਕੁਛ ਮਿਲ ਗਿਆ ਇਹਦੇ ਵਿੱਚੋਂ। ਮਤਲਬ ਤੁਹਾਨੂੰ ਮੈਂ ਚਲੋ ਸਾਂਝਾ ਕਰ ਦਿੰਦੇ ਹਾਂ। ਵੈਸੇ ਮੈਂ ਉਹ ਛੱਡਤਾ ਸੀ, ਮੈਂ ਯਾਰ ਨਹੀਂ, ਬੱਚੇ ਜਿਹੜੇ ਹੈਗੇ ਨੇ ਬਣੇ ਬਣਾਏ ਕੁਐਸਚਨ ਭਾਲਦੇ ਹੈਗੇ ਨੇ। ਸੋ ਤੁਸੀਂ ਥੋੜ੍ਹੇ ਜਿਹੇ ਆਪ ਹੀ ਵਿਚਾਰਸ਼ੀਲ ਬਣੋ। ਠੀਕ ਹੈ ਜੀ। ਕੋਈ ਚੱਕਰ ਨਹੀਂ ਹੈਗਾ, ਤੁਸੀਂ ਬੇਫਿਕਰ ਰਹੋ। ਤੁਸੀਂ ਆਪਦਾ ਹੱਲ ਜੇ ਪੜ੍ਹਨਾ ਵਾ ਤਾਂ ਮਤਲਬ ਵਧੀਆ ਢੰਗ ਨਾਲ ਹੀ ਪੜ੍ਹੋ। ਮੈਂ ਅੱਗੇ ਵੀ ਦੱਸਿਆ ਸੀਗਾ ਕਿ ਮੈਂ ਆਪਦੇ 'ਤੇ ਲਾ ਕੇ ਗੱਲ ਕਰਦਾ ਵਾਂ। ਬਹੁਤੇ ਵਿਦਿਆਰਥੀਆਂ ਨੂੰ ਇਹ ਨਹੀਂ ਪਤਾ ਹੁੰਦਾ ਗਾ ਕਿ ਜਿੰਨਾ ਚਿਰ ਮੈਂ ਪੜ੍ਹਦਾ ਰਿਹਾ ਉਦੋਂ ਮੈਂ ਕੁਛ ਨਹੀਂ ਸੀ ਪੜ੍ਹਿਆ। ਜਦੋਂ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਸੀ ਉਦੋਂ ਮੈਨੂੰ ਮਤਲਬ ਕੀ ਆ ਪੜ੍ਹਨਾ ਆਇਆ ਸੀਗਾ। ਈਵਨ ਕਿ ਕਰਸਿਵ ਰਾਈਟਿੰਗ ਵੀ ਮੈਂ 3rd-4th ਵਾਲੇ ਬੱਚਿਆਂ ਤੋਂ ਸਿੱਖੀ ਸੀਗੀ, ਮਤਲਬ ਕਰਸਿਵ ਰਾਈਟਿੰਗ। ਅਤੇ ਅੱਜ ਮੈਂ ਇੰਗਲਿਸ਼ ਦੇ ਵਿੱਚ ਮਤਲਬ ਕੀ ਬਹੁਤ ਵਧੀਆ ਜਿਹੜੀ ਕਰਸਿਵ ਰਾਈਟਿੰਗ ਕਰ ਲੈਂਦਾ ਵਾ। ਪੰਜਾਬੀ ਭਾਸ਼ਾ ਦਾ ਜਨਮ ਜਿਹੜਾ ਹੋਇਆ ਜੀ, ਠੀਕ ਹੈ ਜੀ, ਸੌਰ ਸੈਨੀ ਆਪਭ੍ਰੰਸ਼ ਵਿੱਚੋਂ। ਠੀਕ ਹੈ ਜੀ। ਅਤੇ ਪਰ ਪ੍ਰੇਮ ਪ੍ਰਕਾਸ਼ ਜਿਹੜੇ ਹੈਗੇ ਨੇ ਉਹ ਕਹਿੰਦੇ ਜਿਹੜਾ ਪੰਜਾਬੀ ਦਾ ਜਿਹੜਾ ਉਤਪੰਨ ਹੋਈ ਆ, ਇਹ ਕਕਈ ਦੇ ਵਿੱਚੋਂ ਹੋਈ ਹੈਗੀ ਆ। ਇਹ ਉੱਤਰ ਪੱਛਮੀ ਆ। ਦੇਖੋ ਜਿਹੜੀ ਤਾਂ ਹੈਗੀ ਪੂਰਬੀ ਸਾਡੀ ਹੈਗੀ ਹੈ ਨਾ, ਪੂਰਬੀ ਪੰਜਾਬੀ, ਉਹ ਹੋਈ ਆ ਸੌਰ ਸੈਨੀ ਦੇ ਵਿੱਚੋਂ। ਠੀਕ ਆ ਜੀ। ਕਕਹਿ ਦੇ ਵਿੱਚੋਂ ਹੋਈ ਆ ਉੱਤਰ ਪੱਛਮੀ। ਠੀਕ ਆ। ਜਿਹੜੀ ਸੰਬੰਧ ਰੱਖਦੀ, ਜਿਹਨੂੰ ਆਪਾਂ ਲਹਿੰਦੀ ਮੁਲਤਾਨੀ ਕਹਿ ਦਿੰਦੇ ਹਾਂ। ਠੀਕ ਆ। ਪਰ ਪ੍ਰੇਮ ਪ੍ਰਕਾਸ਼ ਜੀ ਕੀ ਕਹਿੰਦੇ ਹੈਗੇ ਨੇ, ਉਹ ਕਹਿੰਦੇ ਜਿਹੜੀ ਪੰਜਾਬੀ ਭਾਸ਼ਾ ਵਾ ਉਹ ਕਕਈ ਦੇ ਅਪਭ੍ਰੰਸ਼ ਦੇ ਵਿੱਚੋਂ ਹੀ ਲਈ ਗਈ ਹੈਗੀ ਆ। ਮਤਲਬ ਇਕੱਲੇ ਪ੍ਰੇਮ ਪ੍ਰਕਾਸ਼ ਜੀ ਦਾ ਜਿਹੜਾ ਹੈਗਾ ਉਹ ਇਹ ਹੈਗਾ ਵਾ। ਠੀਕ ਹੈ। ਸੋ ਇਹਨੂੰ ਚੀਜ਼ ਨੂੰ ਤੁਸੀਂ ਧਿਆਨ ਦੇ ਨਾਲ ਨੋਟ ਕਰ ਲਿਓ, ਅਤੇ ਦੁਬਾਰੇ ਜਿਹੜੀ ਸੁਣ ਲਿਓ। ਠੀਕ ਹੈ। ਇੱਕ ਵਾਰੀ ਪੂਰਬੀ ਜਿਹੜੀ ਸੀ ਸੌਰ ਸੈਨੀ, ਅਤੇ ਕਕਈ ਜਿਹੜੀ ਉੱਤਰ ਪੱਛਮੀ। ਸਾਡੀ ਪੰਜਾਬੀ ਸੌਰ ਸੈਨੀ ਤੋਂ, ਕਕਈ ਤੋਂ ਲਹਿੰਦੀ ਅਤੇ ਮੁਲਤਾਨੀ। ਠੀਕ ਹੈ ਜੀ। ਅੱਗੇ ਜੀ ਪੰਜਾਬੀ ਸ਼ਬਦ ਜਿਹੜਾ ਹੈਗਾ ਹਾਫਿਜ਼ ਨੇ 1670 ਦੇ ਵਿੱਚ ਵਰਤਿਆ ਸੀਗਾ। ਇਹਦਾ ਜ਼ਿਕਰ ਨਹੀਂ ਸੀ ਆਇਆ ਮੈਨੂੰ। ਇਹ ਮੈਂ ਪੁੱਛਣਾ ਮਤਲਬ ਮੈਂ ਜਾਣਨਾ ਚਾਹੁੰਦਾ ਸੀ ਵੀ ਕਿਸ ਚੀਜ਼ ਦੇ ਵਿੱਚ ਲਿਆ ਇਹਨਾਂ ਨੇ ਪਹਿਲੀ ਵਾਰੀ ਵਰਤੇ ਸੀ। ਹਜ਼ਰਤ ਮੋਮਨ ਦਾ ਫਰਮਾਇਆ ਇਹ ਮਸਾਇਲ ਤੁਰਤ ਪੰਜਾਬੀ ਆਖ ਸੁਣਾਈ ਜੇ ਕੋ ਹੋਵੇ ਮਾਇਲ। ਵੀ ਮਤਲਬ ਮੋਮਨ ਲੋਕ, ਮੈਨੂੰ ਐਂ ਲੱਗਦਾ ਕਿ ਸ਼ਾਇਦ ਉਹਨਾਂ ਨੇ ਮਤਲਬ ਕਿ ਆਪਣੇ ਕਿੱਸੇ ਦੇ ਵਿੱਚ ਵਰਤਿਆ ਹੋ, ਯੂਸਫ ਜ਼ੁਲੈਖਾਂ ਦੇ ਵਿੱਚ। ਮਤਲਬ ਸਭ ਤੋਂ ਪਹਿਲੀ ਵਾਰੀ ਪੰਜਾਬੀ ਦੀ ਵਰਤੋਂ ਹਾਫਿਜ਼ ਨੇ ਕੀਤੀ ਸੀ। 1670 ਦੇ ਵਿੱਚ ਜਿਹੜਾ ਵਾ ਜ਼ਿਕਰ ਹੋਇਆ। ਠੀਕ ਹੈ ਜੀ। ਅੱਗੇ ਗੱਲ ਕਰਦੇ ਹੈਗੇ ਆ ਜੀ ਡਾਕਟਰ ਜੱਗੀ ਜੀ। ਠੀਕ ਹੈ ਜੀ। ਇਹ ਮੇਰਾ ਨੰਬਰ ਹੈਗਾ ਜੀ। ਠੀਕ ਹੈ। 8872 ਅਤੇ 00948। ਕਿਸੇ ਨੇ ਵੀ ਕੋਈ ਕੁਐਸਚਨ ਕਿਸੇ ਵੇਲੇ ਪੁੱਛਣਾ ਹੋਵੇ, ਠੀਕ ਹੈ ਜੀ, ਪੁੱਛ ਸਕਦੇ ਹੋ। ਥੋੜ੍ਹੀ ਬਹੁਤੀ ਜਿੰਨੀ ਕੁ ਜਾਣਕਾਰੀ ਹੋਈ ਜ਼ਰੂਰ ਦਊਂਗਾ। ਠੀਕ ਹੈ ਜੀ। ਮਤਲਬ ਪਹਿਲਾਂ ਵੀ ਮੈਂ ਦੱਸਿਆ। ਠੀਕ ਹੈ ਜੀ। ਅਸੀਂ ਤਾਂ ਆਪ ਊਣੇ ਹੈਗੇ ਹਾਂ, ਹਜੇ ਆਪ ਨਹੀਂ ਭਰੇ ਹੈਗੇ। ਠੀਕ ਹੈ ਜੀ। ਪਰ ਫਿਰ ਵੀ ਜਿੰਨੀ ਕੁ ਮਦਦ ਹੋਊਗੀ, ਠੀਕ ਹੈ ਜੀ, ਜ਼ਰੂਰ ਮੈਂ ਕਰ ਦੂੰਗਾ। ਹੈ ਨਾ। ਕਿਸੇ ਕੁਐਸਚਨ ਨਾਲ ਪੁੱਛਣਾ, ਅੱਗੇ ਜਸਪ੍ਰੀਤ ਮੁੰਡਾ ਵਾ ਉਹ ਮੈਨੂੰ ਪੁੱਛਦਾ ਰਹਿੰਦਾ ਅਕਸਰ ਕੋਈ ਨਾ ਕੋਈ ਸਵਾਲ। ਕਈ ਵਾਰੀ ਗੱਲਾਂ ਬਾਤਾਂ 'ਚੋਂ ਇੱਦਾਂ ਹੀ ਸਵਾਲ ਹੱਲ ਹੋ ਜਾਂਦੇ ਹੁੰਦੇ ਨੇ। ਅੱਗੇ ਭੁਪਿੰਦਰ ਸਰ ਸੀਗੇ, ਉਹਨਾਂ ਦੇ 126 ਆਏ ਸੀਗੇ, ਮੇਰੇ 123 ਸੀਗੇ। 4-5 ਕੁਐਸਚਨ ਜਿਹੜੇ ਸੀ, ਜਿਵੇਂ ਕਹਿ ਦਈਏ ਤੁਹਾਨੂੰ ਪਤਾ ਹੀ ਹੈ। ਠੀਕ ਹੈ ਜੀ। ਅਤੇ ਉਹ ਵੀ ਕਹਿੰਦਾ ਹੁੰਦਾ ਸੀਗਾ ਮਨਪ੍ਰੀਤ, ਕਹਿੰਦਾ ਮੇਰੇ 5-6 ਕੁਐਸਚਨ ਤਾਂ ਕਹਿੰਦਾ ਤੇਰੀਆਂ ਗੱਲਾਂ ਨਹੀਂ ਹੱਲ ਕਰਤੇ ਸੀ, ਕਹਿੰਦਾ ਪੇਪਰ 'ਚ ਬੈਠੇ ਨੇ। ਜਿਹੜਾ ਇੱਦਾਂ ਪੜ੍ਹਾਇਆ ਹੁੰਦਾ ਨਾ, ਉਹ ਜੀ ਕਾਫੀ ਪ੍ਰਭਾਵਸ਼ਾਲੀ ਹੁੰਦਾ ਮਤਲਬ। ਠੀਕ ਆ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਚਲੋ ਵਧੀਆ ਢੰਗ ਨਾਲ ਸਮਝਾਇਆ ਜਾ ਸਕੇ। ਹਾਂਜੀ। ਜੱਗੀ ਜੀ ਕੀ ਕਹਿੰਦੇ ਹੈਗੇ ਨੇ, ਪੰਜਾਬ ਸ਼ਬਦ ਦੀ ਵਰਤੋਂ ਜਿਹੜੀ ਹੈ ਸਭ ਤੋਂ ਪਹਿਲਾਂ 13ਵੀਂ ਸਦੀ ਵਿੱਚ ਹੋਈ ਹੈ। ਠੀਕ ਹੈ ਜੀ। ਅਮੀਰ ਖੁਸਰੋ ਨੇ ਮਰਸੀਆ ਲਿਖਿਆ ਸੀਗਾ। ਮਰਸੀਆ ਕੀ ਲਿਖਿਆ ਸੀਗਾ, ਬਲਬਨ ਦਾ ਬੇਟਾ ਸੀਗਾ। ਠੀਕ ਹੈ ਜੀ। ਮੁਹੰਮਦ ਕੁਛ ਉਹਦੇ ਨਾਮ ਹੈਗਾ ਵਾ। ਉਹਦੀ ਮੌਤ 'ਤੇ ਮਤਲਬ ਕੀ ਆ, ਅਮੀਰ ਖੁਸਰੋ ਨੇ ਇੱਕ ਮਰਸੀਆ ਲਿਖਿਆ ਸੀ, ਜਿਹਦੇ ਵਿੱਚ ਪੰਜਾਬ ਦੀ ਜਿਹੜੀ ਵਰਤੋਂ ਆ ਉਹ ਅਤਕਥਨੀ ਤੌਰ 'ਤੇ ਹੋਈ ਸੀਗੀ ਸਭ ਤੋਂ ਪਹਿਲਾਂ। ਮਤਲਬ ਅੱਜ ਕੱਲ੍ਹ ਪੰਜਾਬ ਪਲੱਸ ਪੰਜਾਬ ਹਨ, ਤਾਂ ਮਤਲਬ ਫਾਰਸੀ ਦਾ ਸ਼ਬਦ ਹੈਗਾ ਵਾ, ਟੱਕ ਵੀ ਕਹਿ ਦਿੱਤਾ ਜਾਂਦਾ, ਮਦਰ ਦੇਸ਼ ਵੀ ਕਹਿ ਦਿਆ, ਤਾਂ ਵਹੀਕ ਦੇਸ਼ ਵੀ ਕਹਿ ਦਿੱਤਾ ਜਾਂਦਾ ਵਾ। ਤਾਂ ਪੰਜਾਬ ਦੀ ਜਿਹੜੀ ਵਰਤੋਂ ਹੈਗੀ ਆ ਉਹ ਅਮੀਰ ਖੁਸਰੋ ਦੇ ਮਰਸੀਏ ਵਿੱਚ ਕੀਤੀ ਗਈ ਸੀਗੀ 13ਵੀਂ ਸਦੀ ਦੇ ਵਿੱਚ। ਜਦੋਂ ਪ੍ਰਕਿਰਤਾਂ ਭ੍ਰਿਸ਼ਟੀਆਂ ਗਈਆਂ ਜਾਂ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੋ ਗਈਆਂ, ਫਿਰ ਪ੍ਰਭਾਸ਼ੀ ਜਿਹੜੀਆਂ ਭਾਸ਼ਾਵਾਂ ਸੀਗੀਆਂ ਪੈਦਾ ਹੋਈਆਂ ਸੀ। ਠੀਕ ਆ ਜੀ। ਟੱਕੀ ਹੋ ਗਿਆ, ਮਾਦਗੀ ਹੋ ਗਿਆ, ਟੱਕੀ, ਮਾਦਗੀ,
ਅਰਧਮਾਗਧੀ ਹੋ ਗਿਆ, ਸ਼ੌਰ ਸ਼ੈਨੀ ਹੋ ਗਿਆ, ਕਕਹਿ ਹੋ ਗਈ। ਠੀਕ ਹੈ ਜੀ। ਦੇਖੋ ਪਹਿਲਾਂ ਸੰਸਕ੍ਰਿਤ ਚੱਲੀ ਆ। ਠੀਕ ਹੈ ਜੀ। ਫਿਰ ਆਈਆਂ ਪ੍ਰਕਿਰਤਾਂ। ਠੀਕ ਹੈ ਜੀ। ਫਿਰ ਆਏ ਆਪਰਭੰਸ਼। ਠੀਕ ਹੈ ਜੀ। ਫਿਰ ਆਧੁਨਿਕ ਭਾਸ਼ਾਵਾਂ ਜਿਹੜੀਆਂ ਆਈਆਂ ਹੈਗੀਆਂ ਨੇ, ਇਹਨਾਂ ਨੂੰ ਸੀਰੀਅਲ ਵਾਈਜ਼ ਯਾਦ ਕਰ ਲਿਓ, ਕਈ ਵਾਰੀ ਪੁੱਛ ਲਿਆ ਜਾਂਦਾ ਵਾ। ਮਤਲਬ ਪ੍ਰਕਿਰਤਾਂ ਦੇ ਭ੍ਰਿਸ਼ਟ ਹੋਣ 'ਤੇ ਹੀ ਆਪਰਭੰਸ਼ ਜਿਹੜੀ ਆ ਹੋਂਦ ਦੇ ਵਿੱਚ ਆਈਆਂ ਸੀਗੀਆਂ। ਅੱਗੇ ਆ ਜਾਂਦਾ ਇੰਪੋਰਟੈਂਟ ਕੁਐਸਚਨ ਆ, ਨਵਾਂ ਕੁਐਸਚਨ ਲੱਭਿਆ। ਮਤਲਬ ਮੈਨੂੰ ਥੋੜ੍ਹਾ ਬਹੁਤਾ ਪਤਾ ਸੀ, ਪਰ ਇੰਨਾ ਨਹੀਂ ਸੀ ਵਧੀਆ ਢੰਗ ਨਾਲ ਪਤਾ ਕਿ ਵੀਰ ਕਾਵਿ ਦੇ 2 ਰੂਪ ਨੇ। ਠੀਕ ਹੈ ਜੀ। ਰਾਸੋ ਅਤੇ ਰਵਾਰਾਂ। ਰਾਸ ਆਪਾਂ ਨਾਟਕ ਦੇ ਵਿੱਚ ਪੜ੍ਹਿਆ ਹੋਇਆ। ਠੀਕ ਹੈ। ਰਾਸ ਜਿਹੜਾ ਵਾ ਨਾਟਕ ਦੇ ਵਿੱਚ ਆ ਜਾਂਦਾ, ਪਰ ਪ੍ਰਿਥਵੀ ਰਾਜ ਰਾਸੋ ਲਿਖੀ ਸੀ। ਠੀਕ ਹੈ। ਚਾਂਦ ਬਰਦਾਈ ਨੇ 13ਵੀਂ ਸਦੀ ਦੇ ਵਿੱਚ। ਠੀਕ ਹੈ ਜੀ। ਮਤਲਬ ਉਹਦੀ ਬਹਾਦਰੀ ਦਾ ਜ਼ਿਕਰ ਕੀਤਾ ਸੀਗਾ। ਇਸ ਕਰਕੇ ਵੀਰ ਕਾਵਿ ਦੇ 2 ਰੂਪ ਸੀਗੇ। ਪਹਿਲਾਂ ਪ੍ਰਚਲਿਤ ਸੀਗਾ ਰਾਸੋ ਅਤੇ ਵਾਰਾਂ। ਠੀਕ ਹੈ ਜੀ। ਰਾਸੋ ਜਿਹੜਾ ਹੈਗਾ ਇਹ ਰਾਜਸਥਾਨੀ ਦਾ ਮੂਲ ਸ਼ਬਦ ਹੈਗਾ ਵਾ, ਤਾਂ ਹੀ ਉਹ ਜਿਹੜੇ ਹੈਗੇ ਨੇ ਮਤਲਬ ਕੀ ਆ, ਜਿਹੜਾ ਵਾਰ ਦਾ ਅਰਥ ਵਾ ਉਹ ਸਹਾਇਤਾ ਕਰਨ ਤੋਂ ਲੈਂਦੇ ਆ, ਜਿਹੜੇ ਰਾਜਸਥਾਨੀ ਦੇ ਮੂਲ ਜਿਵੇਂ ਕਹਿ ਦਈਏ ਸਾਹਿਤਕਾਰ ਹੈਗੇ ਨੇ। ਸੋ ਇਹ ਰਾਸ ਜਿਹੜਾ ਵਾ ਨਾਟਕ ਦੇ ਵਿੱਚ ਆ ਜਾਂਦਾ। ਰਾਸੋ ਜਿਹੜਾ ਮਤਲਬ ਕੀ ਆ ਵੀਰ ਕਾਵਿ ਦੇ ਨਾਲ ਸੰਬੰਧ ਰੱਖਦਾ ਵਾ, ਜਿਹਦਾ ਮਤਲਬ ਕੀ ਅਰਥ ਹੈਗਾ ਪ੍ਰਸੰਗ, ਕਿੱਸਾ ਜਾਂ ਇਤਿਹਾਸਕ ਘਟਨਾਵਾਂ ਨਾਲ ਸੰਬੰਧ। ਮਤਲਬ ਰਾਸੋ ਸ਼ਬਦ ਜਿਹੜਾ ਵਾ ਵੀਰ ਕਾਵਿ ਦੇ ਨਾਲ ਸੰਬੰਧ ਰੱਖਦਾ, ਇਹ ਤੁਸੀਂ ਨੋਟ ਕਰ ਲੈਣਾ। ਤਾਂ ਹੌਲੀ ਹੌਲੀ ਵਰਤੋਂ ਜਿਹੜੀ ਹੈਗੀ ਹੈ ਰਾਸੋ ਦੀ ਮਤਲਬ ਕੀ ਹੈ ਪ੍ਰਯੋਗ ਕੀਤੀ ਜਾਣ ਲੱਗ ਪਈ ਕਥਾ ਪ੍ਰਸੰਗ ਦੇ ਲਈ, ਭਾਵ ਵੀਰ ਕਾਵਿ ਦੇ ਲਈ ਨਹੀਂ, ਕਿਤੇ ਵੀ ਮਤਲਬ ਕੀ ਹੈ ਕਥਾ ਪ੍ਰਸੰਗ ਕਰਨੀ ਹੈਗੀ ਤਾਂ ਰਾਸੋ ਦਾ ਜਿਹੜਾ ਪ੍ਰਯੋਗ ਵਾ ਕਰ ਲਿਆ ਜਾਂਦਾ ਵਾ। ਠੀਕ ਹੈ ਜੀ। ਪੰਜਾਬੀ ਵਿੱਚ ਵਾਰ ਕਾਵਿ ਦਾ ਜਿਹੜਾ ਆਰੰਭ ਵਾ, ਮਤਲਬ ਵੈਸੇ ਤਾਂ ਦੇਖੋ ਜਿਹੜਾ ਆਰੰਭ ਚੰਡੀ ਦੀ ਵਾਰ ਤੋਂ ਮੰਨਦੇ ਹਾਂ ਆਪਾਂ, ਪਰ ਦੇਖੋ 13ਵੀਂ ਸਦੀ ਦੇ ਵਿੱਚ ਵੀ ਮਤਲਬ ਜਿਵੇਂ ਪੁੱਛਿਆ ਦਾ ਸੱਸੀ ਪੁੰਨੂੰ ਮਿਲਦਾ ਤਾਂ ਹਵਾਲੇ ਮਿਲਦੇ ਆ ਉਹਨਾਂ 'ਚ। ਇਹ ਆਪਾਂ ਹਵਾਲਿਆਂ ਦੀ ਗੱਲ ਕਰਦੇ ਪਏ ਹਾਂ। ਅਮੀਰ ਖੁਸਰੋ ਦੀ ਜਿਹੜੀ ਵਾਰ ਸੀਗੀ, ਜਿਹਦਾ ਨਾਮ ਅਮੀਰ ਖੁਸਰੋ ਦਾ ਪੂਰਾ ਨਾਮ ਪਹਿਲਾਂ ਵੀ ਦੱਸਿਆ ਸੀਗਾ, ਅਬੁਲ ਹਸਨ ਯਾਮੀਨੁਦੀਨ ਸੀਗਾ ਨਾਮ ਅਮੀਰ ਖੁਸਰੋ ਦਾ। ਇਹਨੇ ਤੁਗਲਕ ਦੀ ਵਾਰ ਲਿਖੀ ਸੀ। ਠੀਕ ਹੈ ਜੀ। ਸਭ ਤੋਂ ਪਹਿਲਾਂ ਇਹ ਜ਼ਿਕਰ ਮਿਲਦਾ ਸਾਨੂੰ 13ਵੀਂ ਸਦੀ ਦੇ ਵਿੱਚ। ਅੱਗੇ ਜੀ ਵਾਰਾਂ ਵਿੱਚੋਂ ਬਿਰਤਾਂਤ ਕਾਵਿ ਜਿਹੜਾ ਵਾ ਉੱਭਰ ਕੇ ਸਾਹਮਣੇ ਆਉਂਦਾ, ਭਾਵ ਜਿਹੜਾ ਬਿਰਤਾਂਤ ਕਾਵਿ ਹੈਗਾ ਸਾਹਿਤ ਕਾਵਿ ਦਾ ਇੱਕ ਉੱਤਮ ਨਮੂਨਾ ਹੈਗਾ ਬਿਰਤਾਂਤ ਕਾਵਿ, ਇਹ ਵਾਰਾਂ ਦੀ ਦੇਣ ਹੈਗਾ ਵਾ। ਲੋਕ ਵਾਰਾਂ ਦੇ ਵਿੱਚ ਬਿਰਤਾਂਤ ਨਹੀਂ ਸੀਗਾ, ਪਰ ਜਿਹੜੀਆਂ ਆਧੁਨਿਕ ਵਾਰਾਂ ਸੀਗੀਆਂ ਵੀਰ ਰਸੀ ਵਾਰਾਂ ਹੋਈਆਂ ਨੇ, ਜਾਂ ਕਹਿੰਦੀ ਅਧਿਆਤਮਕ ਵਾਰਾਂ ਵੀ ਘੱਟ ਬਿਰਤਾਂਤ ਸੀਗੀਆਂ, ਪਰ ਵੀਰ ਰਸੀ ਵਾਰਾਂ ਦੇ ਵਿੱਚੋਂ ਬਿਰਤਾਂਤ ਕਾਵਿ ਜਿਹੜਾ ਵਾ ਉੱਭਰ ਕੇ ਸਾਹਮਣੇ ਆਉਂਦਾ। ਬਿਰਤਾਂਤ ਮਤਲਬ ਬਹੁਤ ਲੰਬਾ ਅਤੇ ਵਿਆਖਿਆ ਭਰਪੂਰ। ਕੱਲ੍ਹ ਜਾਫਰੀ ਨੇ ਇੱਕ ਕੁਐਸਚਨ ਪੁੱਛਿਆ ਸੀ ਮੁੰਡਿਆ ਅਬੋਹਰ ਦਾ ਜੀ, ਉਹ ਮਤਲਬ ਉਹਨੇ ਪੁੱਛਿਆ ਸੀਗਾ, ਕਹਿੰਦਾ ਸਰ ਬਿਰਤਾਂਤ ਅਤੇ ਵਿਆਖਿਆ ਦੇ ਵਿੱਚ ਕੀ ਫਰਕ ਹੈਗਾ ਵਾ। ਬਿਰਤਾਂਤ ਦੇਖੋ ਵਿਆਖਿਆ ਤਾਂ ਕਿਸੇ ਦੀ ਵੀ ਹੋ ਸਕਦੀ ਹੈਗੀ ਹੈ। ਤੁਸੀਂ ਮੈਨੂੰ ਪੁੱਛਿਆ ਸ਼ਲੋਕ ਕੀ ਹੈਗਾ, ਮੈਂ ਦੱਸਦਾ ਵੀ ਸ਼ਲੋਕ ਜਿਹੜਾ ਹੈਗਾ ਵਾ ਮਤਲਬ ਉਹ ਇੱਕ ਧਾਰਮਿਕ ਹੈਗਾ ਵਾ, ਇਹਦੇ ਵਿੱਚ ਇਹਦਾ ਵਿਸ਼ਾ ਧਾਰਮਿਕ ਹੁੰਦਾ ਵਾ, ਇਹਦੇ ਵਿੱਚ ਦੋਹਰਾ ਜਾਂ ਸੋਰਠਾ ਵਰਤ, ਇਹ ਤਾਂ ਮੈਂ ਛੋਟੀ ਜਿਹੀ ਵਿਆਖਿਆ ਕਰਤੀ ਹੈ ਨਾ। ਪਰ ਬਿਰਤਾਂਤ ਜਿਹੜਾ ਹੁੰਦਾ ਜਦੋਂ ਕਿਸੇ ਕਥਾ ਨੂੰ ਮਤਲਬ ਕੀ ਆ ਪੂਰੀ ਦਲੀਲ ਦੇ ਨਾਲ ਜਾਂ ਪੂਰੀ ਮਤਲਬ ਘਟਨਾਵਾਂ ਦੇ ਨਾਲ ਬਿਆਨ ਕੀਤਾ ਜਾਂਦਾ, ਜਿਹਦੇ ਵਿੱਚੋਂ ਰਸ ਦੀ ਜਿਹੜੀ ਲੜੀ ਹੈਗੀ ਉਹ ਨਹੀਂ ਟੁੱਟਦੀ ਹੈਗੀ, ਉਸ ਚੀਜ਼ ਨੂੰ ਅਸੀਂ ਕੀ ਆ ਬਿਰਤਾਂਤ ਕਹਿ ਦਿੰਦੇ ਹੈਗੇ ਆ। ਠੀਕ ਹੈ ਜੀ। ਅੱਗੇ ਜੀ ਤੁਰਕ ਹਾਕਮਾਂ ਦੇ ਜਿਹੜੇ ਸੂਫੀ, ਸਾਨੂੰ ਪ੍ਰਸ਼ਨ ਵੈਸੇ ਹੀ ਮੰਨ ਲਓ ਆ ਜਾਂਦਾ ਵਾ ਕਿ ਸਾਨੂੰ ਇੰਨਾ ਪਤਾ ਹੈ ਕਿ ਪਹਿਲੇ ਜਿਹੜੇ ਸੀਗੇ ਮਤਲਬ ਉਹ ਅਲੀ ਮਖਦੂਮ ਹੁਜਵੇਰੀ ਸੀ, ਜਿਹੜੇ ਮਤਲਬ ਕਿ ਲਾਹੌਰ ਦੇ ਵਿੱਚ ਆਏ ਸੀਗੇ, ਜਿਨ੍ਹਾਂ ਨੂੰ ਦਾਤਾ ਗੰਜ ਬਖਸ਼ ਵੀ ਕਹਿ ਦਿੱਤਾ ਜਾਂਦਾ ਸੀਗਾ। ਪਰ ਉਹ ਆਏ ਕਿਹਨਾਂ ਦੇ ਹਮਲੇ ਨਾਲ ਸੀਗੇ? ਤੁਰਕਾਂ ਦੇ ਹਮਲੇ ਨਾਲ ਆਏ ਸੀ। ਠੀਕ ਹੈ। ਸਾਨੂੰ ਉੱਥੇ ਹੂਣ ਪੁੱਛ ਸਕਦੇ ਆ, ਤੋਰਮਾਨ ਪੁੱਛ ਸਕਦੇ ਆ, ਜਾਂ ਨਾਦਰ ਸ਼ਾਹ ਤਾਂ ਤੁਸੀਂ ਯਾਦ ਰੱਖਣਾ ਤੁਰਕਾਂ ਦੇ ਹਮਲੇ ਦੇ ਨਾਲ ਜਿਹੜੇ ਅਲੀ ਮਖਦੂਮ ਹੁਜਵੇਰੀ ਜੀ ਆਏ ਸੀਗੇ। ਠੀਕ ਹੈ। ਤਾਂ ਸੂਫੀ ਜਿਹੜਾ ਵਾ ਸੂਫੀਆਂ ਦਾ ਪ੍ਰਵੇਸ਼ ਜਿਹੜਾ ਪੰਜਾਬ ਦੇ ਵਿੱਚ ਹੋਇਆ ਸੀਗਾ। ਠੀਕ ਹੈ ਜੀ। ਅਤੇ ਚਿਸ਼ਤੀ ਜਿਹੜੇ ਬਾਬਾ ਫਰੀਦ ਜੀ ਸੀਗੇ ਉਹ ਚਿਸ਼ਤੀ ਸੀਗੇ। ਠੀਕ ਹੈ। ਜਿਨ੍ਹਾਂ ਦਾ ਚਿਸ਼ਤੀ ਦਾ ਸੰਬੰਧ ਕੀ ਸੀਗਾ? ਚਿਸ਼ਤ ਇੱਕ ਪਿੰਡ ਹੈਗਾ ਖੁਰਾਸਨ ਦਾ। ਠੀਕ ਹੈ ਜੀ। ਅਤੇ ਇਹਦੀ ਮਤਲਬ ਕਿ ਚਿਸ਼ਤੀ ਸਿਲਸਿਲਾ ਚਲਾਇਆ ਕਿਹਨਾਂ ਨੇ ਸੀਗਾ? ਅਬੂ ਇਸਹਾਕ ਸ਼ਾਮੀ ਨੇ। ਅਬੂ ਇਸਹਾਕ ਸ਼ਾਮੀ। ਠੀਕ ਹੈ ਜੀ। ਇਹ ਯਾਦ ਰੱਖ ਲਿਓ, ਦੁਬਾਰੇ ਰਿਪੀਟ ਕਰਕੇ ਜਾਂ ਤੁਸੀਂ ਕੀ ਆ ਸੁਣ ਲਿਓ ਇਸ ਚੀਜ਼ ਨੂੰ। ਹਾਂਜੀ। ਅੱਗੇ ਜੀ ਸੁਹਿੰਦਰ ਸਿੰਘ ਬਣਜਾਰਾ ਬੇਦੀ। ਠੀਕ ਹੈ ਜੀ। ਸੁਹਿੰਦਰ ਸਿੰਘ ਬਣਜਾਰਾ ਬੇਦੀ ਜੀ ਵਾਰ ਦਾ ਜਿਹੜਾ ਉਥਾਨ ਵਾ ਉਹ ਵਾਰਨੇ ਤੋਂ ਮੰਨਦੇ ਹੈਗੇ ਨੇ। ਮੈਨੂੰ ਲੱਗਿਆ ਕਿ ਇਹ ਇੰਪੋਰਟੈਂਟ ਹੈਗੀ ਆ, ਵੈਸੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਕਈਆਂ ਦੇ ਅਲੱਗ-ਅਲੱਗ ਬਿਆਨ ਹੈਗੇ ਨੇ। ਸੁਹਿੰਦਰ ਸਿੰਘ ਬਣਜਾਰਾ ਬੇਦੀ ਜੀ ਕੀ ਕਹਿੰਦੇ ਨੇ ਕਿ ਵਾਰ ਦਾ ਜਿਹੜਾ ਉਥਾਨ ਹੈਗਾ ਉਹ ਕਿੱਥੋਂ ਹੋਇਆ? ਵਾਰਨੇ ਤੋਂ। ਜਦੋਂ ਯੁੱਧ ਨੂੰ ਮਤਲਬ ਕੀ ਆ ਅੱਗੇ ਜਾਂਦੇ ਹੁੰਦੇ ਸੀਗੇ ਤਾਂ ਮਾਵਾਂ ਜਿਹੜੀਆਂ ਪੁੱਤਾਂ ਤੋਂ ਮਤਲਬ ਕਿ ਵਾਰਨੇ ਕਰਦੀਆਂ ਸੀਗੀਆਂ, ਭਾਵ ਵਾਰੇ ਜਾਂਦੀਆਂ ਸੀਗੀਆਂ। ਤਾਂ ਵਾਰ ਦਾ ਜਿਹੜਾ ਸ਼ਬਦ ਹੈਗਾ ਬਣਜਾਰਾ ਬੇਦੀ ਜੀ ਕਹਿੰਦੇ ਕੀ ਆ ਵਾਰਨੇ ਤੋਂ ਲਿਆ ਗਿਆ ਵਾ। ਠੀਕ ਹੈ ਜੀ। ਅੱਗੇ ਜੀ ਚੋਟ ਪਈ ਖਰਚਾਮੀ ਦਲਾਂ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਈ ਕੀ, ਇਹ ਸਰਖੰਡੀ ਰਸ ਹੈਗਾ। ਠੀਕ ਹੈ ਜੀ। ਚੰਡੀ ਦੀ ਵਾਰ ਵਿੱਚੋਂ ਲਿਆ ਗਿਆ ਵਾ। ਜਦੋਂ ਯੁੱਧ ਨੂੰ ਪ੍ਰਚੰਡ ਕੀਤਾ ਜਾਂਦਾ ਤਾਂ ਮਤਲਬ ਕਿ ਸਰਖੰਡੀ ਛੰਦ ਜਿਹੜਾ ਵਾ ਵਰਤਿਆ ਜਾਂਦਾ ਹੈਗਾ ਵਾ। ਅੱਗੇ ਜੀ ਵੀਰ ਰਸ ਦੇ ਵਿੱਚ ਜਿਹੜੇ ਹੁੰਦੇ ਆ ਵੀਰ ਰਸ ਮੁੱਖ ਹੁੰਦਾ ਵਾ, ਅਧਿਆਤਮਕ ਵਾਰਾਂ ਦੇ ਵਿੱਚ ਸ਼ਾਂਤ ਰਸ ਮੁੱਖ ਹੁੰਦਾ ਵਾ, ਅਤੇ ਇਹਨਾਂ ਦੇ ਸਹਾਇਕ ਰਸ ਹੁੰਦੇ ਨੇ ਰੌਦਰ, ਭਿਆਨਕ ਅਤੇ ਵਿਭੀਤ ਰਸ। ਇੱਥੇ ਮੈਂ ਲਿਖਣਾ ਭੁੱਲ ਗਿਆ, ਵਿਭੀਤ ਰਸ। ਠੀਕ ਹੈ ਜੀ।
ਇਹ ਪੜ੍ਹ ਲਿਓ ਤੁਸੀਂ। ਵਿਭੀਤ ਰੌਦਰ ਦਾ ਗੁੱਸਾ ਹੁੰਦਾ ਭਿਆਨਕ, ਮਤਲਬ ਬੁਰਾ ਲੱਗਣਾ। ਵਿਭੀਤ ਦਾ ਮਤਲਬ ਘৃਣਾ ਹੋਣੀ ਹੈ ਨਾ। ਸ਼ਾਂਤ ਰਸ ਤੇ ਸ਼ਿੰਗਾਰ ਰਸ ਤੇ ਹਾਸ ਰਸ। ਹਾਸ ਰਸ ਥੋੜ੍ਹਾ ਹੁੰਦਾ, ਮਤਲਬ ਜ਼ਿਆਦਾਤਰ ਸ਼ਾਂਤ ਰਸ ਅਧਿਆਤਮਕ ਬਾਰੇ 'ਚ ਵਰਤਿਆ। ਇਹ ਤੁਸੀਂ ਇਹ ਚੀਜ਼ ਨੂੰ ਵੀ ਨੋਟ ਕਰ ਲੈਣਾ, ਠੀਕ ਹੈ। ਕਾਪੀ ਲਾ ਲਓ, ਇੱਕ ਕਾਪੀ 'ਤੇ ਹੀ ਗੱਲ ਬਣਨੀ ਹੈ, ਠੀਕ ਹੈ ਜੀ। ਜਦੋਂ ਹਾਲ ਤੁਹਾਡਾ ਪ੍ਰਸ਼ਨ ਕੀ ਹੈ 1000-1200 ਇਕੱਠਾ ਹੋ ਗਿਆ, ਤੁਹਾਨੂੰ ਪੜ੍ਹਨ ਦਾ ਪਤਾ ਲੱਗ ਜਾਣਾ ਵਾ। ਅਤੇ 1000-1200 ਤਾਂ ਲਿਖਿਆ ਹੋਊਗਾ, ਅਤੇ ਜਿਹੜਾ ਤੁਹਾਡਾ ਵੈਸੇ ਹੀ ਕਲੀਅਰ ਹੋ ਜਾਣਾ ਵਾ ਉਹ ਅੰਡਰਸਟੈਂਡ ਹੋਊਗਾ। ਦੇਖੋ ਜੀ, ਜੇ ਮੈਂ ਤੁਹਾਨੂੰ ਅੱਗੇ ਵੀ ਕਹਿਣਾ ਹੁੰਦਾ ਵਾ, ਜੇ 6 ਕਵੀ ਆ ਤਾਂ ਸਾਨੂੰ ਕੀ ਹੈ 12 ਪੜ੍ਹਨੇ ਪੈਣੇ ਨੇ। ਜਿਹੜੇ 6 ਪੜ੍ਹੇ ਨੇ, ਠੀਕ ਹੈ, ਜਿਹੜੇ ਆਪਾਂ 12 ਪੜ੍ਹ ਲਏ ਤਾਂ ਸਾਰਾ ਹੀ ਕਵਰ ਹੋ ਗਿਆ, ਠੀਕ ਹੈ, ਸਾਡਾ ਸਾਰਾ ਕੁਛ ਹੀ ਕਵਰ ਹੋ ਜਾਣਾ। ਇਸ ਕਰਕੇ ਜਿੰਨਾ ਘੇਰਾ ਵੱਡਾ ਕਰ ਲਓਗੇ ਉਨੇ ਹੀ ਵਧੀਆ ਰਹੋਗੇ। ਮਤਲਬ ਅੱਗੇ ਆ ਜਾਂਦਾ ਜੀ ਸਦਾਚਾਰ ਕਿੱਸੇ। ਦੇਖੋ ਰੋਮਾਂਟਿਕ ਕਿੱਸੇ ਦੇ ਵਿੱਚ ਕੀ ਹੁੰਦੀ ਆ, ਰੋਮਾਂਸ ਹੁੰਦਾ ਹੈ ਨਾ, ਹੀਰ ਰਾਂਝੇ ਦਾ, ਮਿਰਜ਼ਾ ਸਾਹਿਬ ਦਾ, ਯੂਸਫ ਜ਼ਲੈਖਾਂ ਦਾ। ਅੱਗੇ ਗੱਲ ਕਰਦੇ ਹਾਂ ਸਦਾਚਾਰਕ ਕਿੱਸੇ ਵੀ ਆਉਂਦੇ ਹੈਗੇ ਆ ਨਾ ਸਾਡੇ ਮਤਲਬ ਪੰਜਾਬੀ ਸਾਹਿਤ ਦੇ ਵਿੱਚ। ਇੱਕ ਧਿਰ ਪ੍ਰੇਮ ਮੰਗਦੀ ਹੈ, ਦੂਜੀ ਸਦਾਚਾਰ ਨੈਤਿਕਤਾ ਦਾ ਪਰਖ ਪੂਰਦੀ ਹੈ। ਉਸ ਨੂੰ ਸਦਾਚਾਰ ਕਿੱਸੇ ਕਹਿ ਦਿੱਤਾ ਜਾਂਦਾ ਵਾ। ਪੂਰਨ ਭਗਤ ਦਾ ਕਿੱਸਾ, ਠੀਕ ਆ, ਲੂਣਾ ਦੇ ਨਾਲ, ਠੀਕ ਆ ਜੀ, ਅਤੇ ਸੁੰਦਰਾਂ ਦੇ ਨਾਲ। ਸੁੰਦਰਾਂ ਪਿਆਰ ਮੰਗਦੀ ਆ, ਜਿਹੜਾ ਪੂਰਨ ਹੈਗਾ ਵਾ ਉਹ ਜਾ ਤਾਂ ਵੜਦਾ ਗੋਰਖਨਾਥ ਦੇ ਕਹਿਣ 'ਤੇ, ਪਰ ਦੂਜੇ ਦਿਨ ਕੀ ਆ ਮਤਲਬ ਕਹਿੰਦਾ ਜੀ ਮੈਂ ਤਾਂ ਬਾਹਰ ਜਾਣਾ ਹੈ ਨਾ, ਤਾਂ ਮਤਲਬ ਜੰਗਲ ਪਾਣੀ ਜਿਹੜਾ ਵਾ ਬਾਹਰ ਜਾਣਾ ਹੈਗਾ ਵਾ, ਅਤੇ ਮੁੜ ਕੇ ਮਤਲਬ ਬੌੜਦਾ ਨਹੀਂ ਹੈਗਾ। ਤਾਂ ਹੀ ਕਹਾਵਤ ਬਣੀ ਹੋਈ ਆ ਵੀ ਜੋਗੀ ਜਿਹੜੇ ਆ ਉਹ ਹੱਗਣ ਗਏ ਨਹੀਂ ਬੌੜਦੇ ਹੈਗੇ। ਪਤਾ ਨਹੀਂ ਤੁਹਾਨੂੰ ਮੇਰੀ ਇਹ ਗੱਲ ਕਿਵੇਂ ਲੱਗੂਗੀ, ਪਰ ਮੈਂ ਸਿੱਧੇ ਸਪਸ਼ਟ ਤਰੀਕੇ ਨਾਲ ਕਹਿ ਦਿੱਤੀ ਹੈਗੀ ਹੈ। ਗੋਪੀ ਚੰਦ ਹੈਗਾ, ਠੀਕ ਹੈ ਜੀ, ਰੂਪ ਬਸੰਤ ਹੈਗਾ ਵਾ। ਤਾਂ ਮੈਂ ਰੂਪ ਬਸੰਤ ਦਾ ਕਿੱਸਾ ਵੀ ਆ। ਰੂਪ ਬਸੰਤ ਵੀ 2 ਭਰਾ ਸੀਗੇ, ਇਹਨਾਂ ਦੇ ਪਿਓ ਨੇ ਵੀ ਦੂਜਾ ਵਿਆਹ ਕਰਾਇਆ ਸੀਗਾ। ਰੂਪ ਜਿਹੜਾ ਸੀ ਕਬੂਤਰ ਰੱਖਦਾ ਹੁੰਦਾ ਸੀ, ਬੜਾ ਸੁਨੱਖਾ ਸੀ। ਇੱਕ ਦਿਨ ਇਹਦਾ ਕਬੂਤਰ ਜਿਹੜਾ ਮਹਿਲਾਂ ਦੇ ਵਿੱਚ ਜਾ ਵੜਦਾ ਰਾਣੀ ਦੇ, ਠੀਕ ਹੈ, ਤਾਂ ਉਹ ਮਤਲਬ ਇਹਦੇ 'ਤੇ ਮੋਹਿਤ ਹੋ ਜਾਂਦੀ ਹੈ। ਦੋਨਾਂ ਭਰਾਵਾਂ ਦੇ ਵਿੱਚ ਕੀ ਆ ਪਾੜ ਪਾ ਦਿੰਦੀ ਹੈ, ਠੀਕ ਹੈ। ਇਹ ਲੋਕ ਰੂੜੀਆਂ ਹੈਗੀਆਂ, ਮੋਟਿਵ ਹੈਗੇ ਨੇ, ਚੱਲੇ ਆਉਂਦੇ ਹੈਗੇ ਨੇ, ਹੈ ਨਾ। ਮਤਲਬ ਸਮਾਂ ਸਮਰੱਥ ਜਿਵੇਂ ਕਹਿੰਦੇ ਹੁੰਦੇ ਆ, ਉਦੋਂ ਇਹ ਲੋੜਾਂ ਹੁੰਦੀਆਂ ਸੀਗੀਆਂ। ਤੋ ਸਦਾਚਾਰ ਕਿੱਸੇ ਜਿਹੜੇ ਤੁਸੀਂ ਸਮਝ ਗਏ ਜੀ। ਇੱਕ ਧਿਰ ਪ੍ਰੇਮ ਮੰਗਦੀ ਹੈ, ਦੂਜੀ ਜਿਹੜੀ ਆ ਸਦਾਚਾਰ ਨੈਤਿਕਤਾ ਦੀ ਗੱਲ ਕਰਦੀ ਹੈਗੀ ਹੈ। ਇਹਨੂੰ ਆਹ ਛੱਡ ਦਿਓ, ਇਹਨੂੰ ਯਾਦ ਰੱਖ ਲਓ, ਠੀਕ ਹੈ। ਪੂਰਨ ਭਗਤ ਦੇ ਲੂਣਾ ਨੂੰ ਤੁਸੀਂ ਯਾਦ ਕਰ ਸਕਦੇ ਹੋ। ਨਲ ਅਤੇ ਦਮਯੰਤੀ, ਠੀਕ ਹੈ, ਅਤੇ ਰੂਮ ਰਾਣੀ ਸ਼ਕੁੰਤਲਾ, ਠੀਕ ਹੈ ਜੀ। ਇਹ ਪ੍ਰੇਮੀ ਕਿੱਸਿਆਂ ਦੇ ਵਿੱਚ ਵੀ ਆਉਂਦੇ ਨੇ। ਨਲ ਅਤੇ ਦਮਯੰਤੀ ਜਿਹੜੀ ਹੈਗੀ ਆ, ਰਾਜਾ ਨਲ ਅਤੇ ਦਮਯੰਤੀ ਆਪਸ ਵਿੱਚ ਇਹਨਾਂ ਦਾ ਪ੍ਰੇਮ ਹੁੰਦਾ ਵਾ। ਇਹਦੇ ਵਿੱਚ ਪ੍ਰੇਮ ਰਸ ਹੈਗਾ ਵਾ। ਮਤਲਬ ਰੂਪ ਰਾਣੀ ਸ਼ਕੁੰਤਲਾ ਇਹ ਪੂਰਾ ਹੀ ਪ੍ਰੇਮ ਰਸੀ ਕਿੱਸਾ ਹੈਗਾ ਵਾ ਜੀ। ਅੱਗੇ ਜੀ ਜਫਰਨਾਮਾ ਦਾ ਪੰਜਾਬੀ 'ਚ ਅਨੁਵਾਦ ਕਿਹਨਾਂ ਨੇ ਕੀਤਾ? ਪੰਜਾਬ ਸਿੰਘ ਬਹਿਲੋ। ਮਤਲਬ ਹੋਰਾਂ ਨੇ ਵੀ ਕੀਤਾ ਹੋਣਾ, ਪਰ ਮੈਂ ਜਿਹੜਾ ਅੱਜ ਸੀਗੇ ਮਤਲਬ ਨੋਟਸ ਸੀਗੇ ਮੇਰੇ ਕੋਲ +2 ਦੇ, ਠੀਕ ਹੈ ਜੀ, +2 ਦੇ ਨਹੀਂ MA ਲੈਵਲ ਦੇ, ਪੰਜਾਬੀ ਯੂਨੀਵਰਸਿਟੀ ਦੇ, ਤਾਂ ਪੰਜਾਬ ਸਿੰਘ ਬਹਿਲੋ ਨੇ ਕੀਤਾ ਹੈਗਾ, ਠੀਕ ਹੈ ਜੀ, ਜਫਰਨਾਮਾ, ਠੀਕ ਹੈ, ਭਾਈ ਦਇਆ ਸਿੰਘ ਜੀ ਨੂੰ ਫੜਾਇਆ ਸੀਗਾ। ਠੀਕ ਹੈ ਜੀ, ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ। ਲਾਈਕ ਅਤੇ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ, ਠੀਕ ਹੈ ਜੀ। ਵੈਸੇ ਮੈਂ ਕਹਿ ਦਿੰਦਾ ਹੁੰਦਾ ਵਾ, ਮਤਲਬ ਚਲੋ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ, ਜਿਵੇਂ, ਠੀਕ ਹੈ, ਜਿੰਨਿਆਂ ਤੱਕ ਪਹੁੰਚ ਜੂਗਾ, ਠੀਕ ਹੈ ਜੀ। ਗਿਆਨ ਵੰਡੀ ਜਾਈਏ ਤਾਂ ਹੋ ਸਕਦਾ ਵਾਧਾ ਹੀ ਕਰੇ ਮਹਾਰਾਜ, ਠੀਕ ਹੈ ਜੀ। ਧੰਨਵਾਦ ਜੀ ਸਾਰਿਆਂ ਦਾ।